ਸਲੋਕਾ ਕਬੀਰਾ ਮਹਿੰਦੀ ਕਰ ਕੈ ਘਾਲਿਆ। ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਜੋਧੈ ਵੀਰੈ ਪੂਰਬਾਣੀ ਕੀ ਧੁਨੀ। ਇਸ ਸਰਲੇਖ ਹੇਠ ਕੱਲ ਰਾਮ ਕਲੀ ਦੀ ਪਹਿਲੀ ਵਾਰ ਜੋ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪ੍ਰਾਰੰਭ ਹੋਈ ਸੀ, ਜਿਸ ਦਾ ਇੱਕ ਸ਼ਲੋਕ ਆਪ ਨੇ ਸਰਵਣ ਕੀਤਾ ਹੈ। ਇਹ ਹੁਣ ਦੂਸਰਾ ਸ਼ਲੋਕ ਕਬੀਰ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਦੇ ਵਿੱਚ ਆ ਕੇ ਉਚਾਰ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ हे ਸਤਿਗੁਰੂ ਜੀ, ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਜਿਹੜਾ ਕਬੀਰ ਮਹਿੰਦੀ ਕਰਕੇ ਘਾਲਿਆ ਵਾਲਾ ਸ਼ਲੋਕ ਉਚਾਰਨ ਕੀਤਾ ਹੋਇਆ ਹੈ, ਉਹ ਸ਼ਲੋਕ ਦੀ ਕਿਰਪਾ ਕਰਕੇ ਅਰਥ ਸਮਝਾਉਣਾ ਕਰੋ। ਪਹਿਲਾਂ ਸਤਿਗੁਰੂ ਜੀ ਸਿੱਖਾਂ ਦੇ ਤਾਈਂ ਉਸੇ ਸ਼ਲੋਕ ਨੂੰ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ, ਜਾਂ ਇਸ ਵਾਰ ਵਿੱਚ ਕਬੀਰ ਜੀ ਦੇ ਸ਼ਲੋਕ ਰੱਖਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਦੀ ਅਭੇਦਤਾ ਦਿਖਾਉਣਾ ਕੀਤੀ ਹੈ। ਸਤਿਗੁਰੂ ਜੀ ਪਾਵਨ ਸ਼ਲੋਕ ਉਚਾਰ ਰਹੇ ਨੇ, ਕਬੀਰ ਮਹਿੰਦੀ ਕਰਕੇ ਘਾਲਿਆ। ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਪੁਰਖ ਨੇ ਆਪਣੀ ਜ਼ਿੰਦਗੀ ਰੂਪ ਮਹਿੰਦੀ ਨੂੰ ਅਭਿਆਸ ਰੂਪ ਡੰਡੇ ਦੇ ਨਾਲ ਨਿਸ਼ਚੇ ਰੂਪ ਸੁਨਹਿਰੇ ਕੁੰਡੇ ਵਿੱਚ ਪਾ ਕਰਕੇ ਘਾਲਿਆ, ਭਾਵ ਕਮਾਉਣਾ ਕੀਤਾ ਹੈ। ਆਪ ਬਿਸਾਏ ਪਿਸਾਏ ਅਤੇ ਫਿਰ ਆਪਣੇ ਆਪ ਨੂੰ ਜਾਂ ਆਪਣੇ ਤਨ ਦੇ ਤਾਣ ਦੇ ਮਨ ਦੇ ਮਨ ਨੂੰ ਪੀ ਪੀ ਕੇ ਸੂਖਮ ਕੀਤਾ ਹੈ। ਤੈ ਸਹਿਬਾਤ ਨਾ ਪੁੱਛਿਆ। ਪਰ ਹੇ ਸਹਿ ਖਸਮ ਮਾਲਕ ਪਰਮੇਸ਼ਰ ਜੀ, ਤੂੰ ਉਸ ਦੀ ਸਰਗੁਣ ਸਰੂਪ ਧਾਰ ਕੇ ਗੱਲ ਵੀ ਨਹੀਂ ਪੁੱਛੀ, ਭਾਵ ਉਸ ਨਾਲ ਕਦੇ ਬਚਨ ਵਿਲਾਸ ਵੀ ਨਹੀਂ ਕੀਤਾ, ਅਤੇ ਕਬਹੂ ਨਾ ਲਾਈ ਪਾਏ। ਕਦੇ ਉਸ ਨੂੰ ਆਪਣੇ ਚਰਨੀ ਵੀ ਨਹੀਂ ਲਾਇਆ, ਜਾਂ ਨਿਰਗੁਣ ਸਰੂਪ ਦੇ ਚਰਨੀ ਲਾਉਣ ਦੀ ਤਰ੍ਹਾਂ ਅਭੇਦਤਾ ਵੀ ਨਹੀਂ ਕੀਤੀ। ਮਹੱਲਾ ਤੀਜਾ। ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, हे ਗੁਰਸਿੱਖੋ, ਸਾਡੇ ਵੱਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਵੀ ਸਿੱਖਾਂ ਨੇ ਇਹੀ ਸ਼ਲੋਕ ਦੀ ਅਰਥ ਪੁੱਛੇ ਸਨ, ਅਤੇ ਸਤਿਗੁਰਾਂ ਨੇ ਉਦੋਂ ਇਹ ਅਗਲਾ ਮਹੱਲਾ ਉਚਾਰਨ ਕਰਕੇ ਉੱਤਰ ਦਿੱਤਾ ਸੀ। ਉਹੀ ਸ਼ਲੋਕ ਅਸੀਂ ਉਚਾਰਨ ਕਰਕੇ ਤੁਹਾਨੂੰ ਕਬੀਰ ਸਾਹਿਬ ਜੀ ਦੇ ਸ਼ਲੋਕ ਦਾ ਸਿਧਾਂਤ ਸਮਝਾਉਂਦੇ ਹਾਂ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪਾਵਨ ਸ਼ਲੋਕ ਦੇ ਪ੍ਰਥਾਏ ਇੰਜ ਆਪ ਦਾ ਸ਼ਲੋਕ ਉਚਾਰਿਆ ਹੈ। ਨਾਨਕ ਮਹਿੰਦੀ ਕਰ ਕੈ ਰੱਖਿਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਸ ਨੇ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਜਾਂ ਮਨ ਦੇ ਮਾਣ ਅਤੇ ਤਨ ਦੇ ਤਾਣ ਨੂੰ ਛੱਡ ਕੇ ਭਾਵ ਸੂਖਮ ਬਰੀਕ ਕਰਕੇ ਰੱਖਿਆ ਹੈ, ਇਸੇ ਪ੍ਰਕਾਰ ਨਾਨਕਾ ਮਹਿੰਦੀ ਕਰ ਕੈ ਰੱਖਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਨੇ ਆਪਣੀ ਜ਼ਿੰਦਗੀ ਰੂਪ ਮਹਿੰਦੀ ਨੂੰ ਅਭਿਆਸ ਰੂਪ ਡੰਡੇ ਦੇ ਨਾਲ ਨਿਸ਼ਚੇ ਰੂਪ ਕੁੰਡੇ ਵਿੱਚ ਘਸਾ ਘਸਾ ਕੇ ਸ਼ਰਧਾ ਦੇ ਸਹਿਤ ਕਰ ਰੱਖਿਆ ਹੈ, ਸੋ ਸਾਹੋ ਨਦਰ ਕਰੇ। ਉਸ ਉੱਤੇ ਖਸਮ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਜ਼ਰੂਰ ਕਰੇਗਾ। ਆਪੇ ਪੀਸੈ ਆਪੇ ਕਸੈ। ਆਪ ਹੀ ਸ਼ਰਵਣ ਕਰਕੇ ਪ੍ਰਮਾਣਗਤ ਸੰਸੇ ਨੂੰ ਮਿਟਣ ਰੋ ਪੀਂਦਾ ਹੈ। ਆਪ ਹੀ ਮੰਨਣ ਕਰਕੇ ਪਰਮੇਸ਼ਰ ਸੰਸੇ ਨੂੰ
ਅੰਦਰੋਂ ਘਸਾ ਭਾ ਮੇਟ ਦਿੰਦਾ ਹੈ। ਆਪੇ ਹੀ ਲਾਏ ਲਾਏ ਅਤੇ ਨਿਧਿਆਸਨ ਦੁਆਰਾ ਵੇ ਪਰਜੇ ਬੁੱਧੀ ਦਾ ਨਾਸ਼ ਕਰਕੇ ਆਪ ਹੀ ਆਪਣੇ ਨਾਲ ਲਾ ਲੈਂਦਾ ਹੈ। ਇਸੇ ਪ੍ਰਕਾਰ ਆਪੇ ਪੀਸਾ ਆਪੇ ਕੰਸਾ ਆਪ ਹੀ ਨਿਸ਼ਕਾਮ ਕਰਮਾਂ ਦੁਆਰਾ ਸਕਾਮ ਕਰਮਾਂ ਦੇ ਫਲ ਦੀ ਇੱਛਾ ਦਾ ਤਿਆਗ ਕਰਨ ਰੂਪ ਪੀਣਾ ਕਰਦਾ ਹੈ। ਆਪ ਹੀ ਉਪਾਸਨਾ ਦੁਆਰਾ ਜੀਵ ਦੀ ਅਲਪਗਤਾ ਨੂੰ ਘਸਾਉਣਾ ਕਰਦਾ ਹੈ। ਆਪੇ ਹੀ ਲਾਏ ਲਾਏ ਅਤੇ ਆਪ ਹੀ ਗੁਰਾਂ ਦੁਆਰਾ ਗਿਆਨ ਸਰੂਪ ਦੀ ਪ੍ਰਾਪਤੀ ਵੱਲ ਲਾ ਲੈਣ ਵਾਲਾ ਹੈ। ਇਸੇ ਪ੍ਰਕਾਰ ਆਪੇ ਪੀਸਾ ਆਪੇ ਕੰਸਾ ਆਪ ਹੀ ਜੀਵ ਬਹਿਰੰਗ ਸਾਧਨਾਂ ਨੂੰ ਕਰਨ ਨੂੰ ਪੀਂਦਾ ਹੈ। ਆਪ ਹੀ ਅੰਤਰੰਗ ਸਾਧਨ ਕਰਨ ਰੂਪ ਘਸਾਉਣਾ ਕਰਦਾ ਹੈ। ਇਸੇ ਪ੍ਰਕਾਰ ਆਪੇ ਪੀਸਾ ਆਪੇ ਕੰਸਾ ਸਥੂਲ ਵਾਸ਼ਨਾ ਨੂੰ ਨਿਵਰਤ ਕਰਨ ਰੂਪ ਆਪ ਹੀ ਵਾਹਿਗੁਰੂ ਪੀਂਦਾ ਹੈ। ਅਤੇ ਸੂਖਮ ਵਾਸ਼ਨਾ ਨੂੰ ਨਿਵਰਤ ਕਰਨ ਰੂਪ ਆਪ ਹੀ ਘਸਾਉਂਦਾ ਹੈ। ਆਪੇ ਹੀ ਲਾਏ ਲਾਏ ਅਤੇ ਫਿਰ ਹਰੀ ਆਪ ਹੀ ਆਪਣੇ ਨਾਲ ਲਾ ਲੈਂਦਾ, ਮਤਲਬ ਅਭੇਦ ਕਰ ਲੈਂਦਾ ਹੈ। ਇਹੋ ਪਰਮ ਪਿਆਲਾ ਖਸਮ ਕਾ ਇਹ ਪ੍ਰੇਮ ਰੂਪੀ ਜੋ ਪਿਆਲਾ ਕਟੋਰਾ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਿਆ ਹੋਇਆ ਮਾਲਕ ਪਰਮੇਸ਼ਰ ਦਾ ਖੁਦ ਦਾ ਆਪ ਦਾ ਹੈ। ਜੈ ਭਾਵੈ ਤਾ ਦੇ ਇਸ ਪੁਰਖ ਦਾ ਸਾਧਨ ਪ੍ਰਭੂ ਨੂੰ ਪਾਉਂਦਾ ਹੈ। ਜਾਂ ਸ਼ਰਧਾ ਕਮਾਈ ਜਿਸ ਪੁਰਖ ਦੀ ਪ੍ਰਭੂ ਨੂੰ ਭਾ ਜਾਂਦੀ ਹੈ ਉਸੇ ਨੂੰ ਇਹ ਦਾਤ ਬਖਸ਼ ਦਿੰਦਾ ਹੈ। ਦਾਤ ਹੈ, ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਹੈ ਜਪੈ ਹੈ ਸਈ। ਪੌੜੀ ਇਹ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਵੇਖੀ ਸ੍ਰਿਸ਼ਟੀ ਉਪਾਈਆਂ ਇਹ ਪਰਮੇਸ਼ਰ ਵੇਖੀ ਨਾਮ ਵੱਖੋ ਵੱਖਰੀ ਰੰਗਾਂ ਰੰਗਾਂ ਦੀ ਤੇਰੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਸਭ ਹੁਕਮ ਆਵੈ ਜਾਇ ਸਮਾਹੀ ਪਰ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਦੇ ਵਿੱਚ ਆਉਂਦੀ ਜਾਂਦੀ ਅਤੇ ਸਮਾਉਂਦੀ ਹੈ। ਜਾਂ ਸਾਰੀ ਹੁਕਮ ਦੁਆਰਾ ਹੀ ਆਉਂਦੀ ਹੈ, ਹੁਕਮ ਦੁਆਰਾ ਹੀ ਜਗ੍ਹਾ ਜਗ੍ਹਾ ਜਾਂਦੀ ਹੈ ਅਤੇ ਹੁਕਮ ਦੁਆਰਾ ਹੀ ਸਮਾਉਂਦੀ ਪਾਪ ਪਰਲੋ ਹੁੰਦੀ ਹੈ। ਇਸੇ ਪ੍ਰਕਾਰ ਵੇਖੀ ਸ੍ਰਿਸ਼ਟੀ ਉਪਾਈਆਂ ਇਹ ਪਰਮੇਸ਼ਰ ਤੇਰੀ ਵੱਖੋ ਵੱਖਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਪ੍ਰਾਪਤੀ ਵਾਲੇ ਜਗੀ ਆਸੂਆਂ ਦੇ ਭਾਵ ਕੋਈ ਉਪਕਰਮੀ ਹੈ, ਕੋਈ ਉਪਾਸ਼ਕ ਹੈ ਅਤੇ ਕੋਈ ਗਿਆਨੀ ਹੈ। ਸਭ ਹੁਕਮ ਆਵੈ ਜਾਇ ਸਮਾਹੀ ਇੰਜ ਸਾਰੇ ਨਿਸ਼ਕਾਮ ਕਰਮਾਂ ਵਾਲੇ ਤੇਰੇ ਹੁਕਮ ਦੁਆਰਾ ਉਪਾਸਨਾ ਵਿੱਚ ਆ ਜਾਂਦੇ ਨੇ ਅਤੇ ਉਪਾਸਨਾ ਵਾਲੇ ਜਾ ਕੇ ਗਿਆਨ ਵਿੱਚ ਸਮਾ ਜਾਂਦੇ ਨੇ। ਜਾਂ ਸਾਰਾ ਤੇਰੇ ਹੁਕਮ ਵਿੱਚ ਵੀ ਆਉਣਾ ਜਾਣਾ ਸਮਾਉਣਾ ਹੁੰਦਾ ਹੈ। ਆਪੇ ਵੇਖ ਵਿਗਸਤਾ ਇਹ ਪਰਮੇਸ਼ਰ ਤੂੰ ਆਪਣੇ ਭਗਤਾਂ ਦੀ ਕਰਨੀ ਸਾਧਨ ਵੇਖ ਕੇ ਪ੍ਰਸੰਨ ਹੁੰਦਾ ਹੈ। ਦੂਜਾ ਕੋ ਨਾਹੀ ਤੈਥੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ। ਇਸੇ ਪ੍ਰਕਾਰ ਆਪੇ ਵੇਖ ਵਿਗਸਦਾ ਤਤ ਬੇਤੇ ਆਪਣੇ ਸਵੈ ਸਰੂਪ ਨੂੰ ਵੇਖ ਕੇ ਖਿੜਦੇ ਹਨ। ਦੂਜਾ ਕੋ ਨਾਹੀ ਹੋਰ ਦੂਜਾ ਕੋਈ ਵੀ
ਉਸ ਅਵਸਥਾ ਵਿੱਚ ਨਹੀਂ ਹੈ। ਜੋ ਭਾਵੈ ਤਿਉ ਰਾਖਾਂ ਤੂੰ, ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਤੂੰ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ। ਗੁਰ ਸ਼ਬਦ ਬੁਝਾਹੀ, ਹਰ ਤੇਰੇ ਸਰੂਪ ਦੀ ਗੁਰੂ ਉਪਦੇਸ਼ ਦੁਆਰਾ ਹੀ ਬੂਝ ਭਾਵ ਸਮਝ ਆਉਂਦੀ ਹੈ। ਇਹ ਆਪਣੇ ਸਰੂਪ ਦੇ ਤਾਈ ਗੁਰੂ ਉਪਦੇਸ਼ ਦੁਆਰਾ ਸਮਝਾਉਂਦਾ ਹੈ। ਸਭਨਾ ਤੇਰਾ ਜੋਰ ਹੈ, ਇਹ ਪਰਮੇਸ਼ਰ ਸਭਨਾਂ ਦੇ ਵਿੱਚ ਤੇਰਾ ਹੀ ਬਲ ਹੈ, ਆਸਰਾ ਹੈ ਜਾਂ ਗਿਆਨ ਆਦਿਕ ਸਾਧਨਾਂ ਦਾ ਬਲ ਹੈ। ਜੋ ਭਾਵੈ ਤਿਵੈ ਚਲਾਹੇ, ਜਿਵੇਂ ਤੈਨੂੰ ਭਾਉਂਦਾ ਤਿਵੇਂ ਜੀਵਾਂ ਨੂੰ ਚਲਾਉਂਦਾ ਸੀ, ਚਲਾਉਂਦਾ ਹੈ, ਚਲਾਵੇਂਗਾ। ਤੁਧ ਜੀਵੜ ਮੈਂ ਨਾਹੇ ਕੋ, ਇਹ ਪਰਮੇਸ਼ਰ ਤੇਰੇ ਜਿੱਡਾ ਵੱਡਾ ਮੈਨੂੰ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ ਦਿਸਦਾ। ਕਿਸ ਆਂਖ ਸੁਣਾਈ, ਇਸ ਲਈ ਕਿਹਦੇ ਕੋਲ ਆ ਕੇ ਜਾਂ ਖਿਆਣਾ ਦੁਆਰਾ ਕਹਿ ਕੇ ਸੁਣਾਉਣਾ ਕਰੀਏ। ਵਾਹੋ ਵਾਹੋ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਅਤੇ ਤੂੰ ਹੀ ਸੱਚੀ ਮਹਿਮਾ ਵਾਲਾ ਹੈ ਜਾਂ ਤੂੰ ਸੱਚੀ ਉਸਤਤ ਰੂਪ ਆਵਾਜ਼ ਵਾਲਾ ਹੈ। ਇਹ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੁਕਮ ਨਾਲ ਪੰਕਤੀ ਪੜ੍ਹੀ ਗਈ ਹੈ, ਜੋ ਕਿ ਆਰੰਭ ਦੇ ਵਿੱਚ ਰਹਾਉ ਵਾਲੀ ਪੰਕਤੀ ਹੈ। ਪੌੜੀ ਤੋਂ ਅਖੀਰ ਤੇ ਹਰੇਕ ਪੌੜੀ ਦੇ ਨਾਲ ਗੁਰੂ ਸਾਹਿਬ ਦੀ ਆਗਿਆ ਮੁਤਾਬਕ ਹੁਣ ਪੜ੍ਹੀ ਜਾਵੇਗੀ। ਸਲੋਕ ਮਹੱਲਾ ਤੀਜਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਤੋ ਇਹ ਪੜ੍ਹਨ ਤੋਂ ਬਾਅਦ ਹੁਣ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੁਰਸਿੱਖਾਂ ਨੂੰ ਜਗਿਆਸੂ ਵੱਲੋਂ ਗੁਰਸਿੱਖਾਂ ਨੇ ਗੁਰੂ ਚਰਨਾਂ 'ਚ ਬੇਨਤੀ ਕੀਤੀ ਹੈ ਤਾਂ ਮਹਾਰਾਜ ਇਹ ਸ਼ਲੋਕ ਵਿਚਾਰਦੇ ਨੇ। ਪਰਮ ਭਲਾਈ ਸਭ ਜਗ ਫੇਰੇ, ਇਹ ਸਤਿਗੁਰੂ ਭਰਮ ਦੀ ਭਲਾਈ ਮੇਰੀ ਬਿਰਤੀ ਸਾਰੇ ਜਗਤ ਵਿੱਚ ਪ੍ਰਭੂ ਨੂੰ ਟੋਲਦੀ ਢੂੰਡਦੀ ਫਿਰ ਰਹੀ ਹੈ। ਇਸੇ ਪ੍ਰਕਾਰ ਪਰਮ ਭਲਾਈ ਸਭ ਜਗ ਫੇਰੇ, ਇਹ ਸਤਿਗੁਰੂ ਭਰਮ ਦੀ ਭੁਲਾਈ ਹੋਈ ਮੇਰੀ ਬਿਰਤੀ ਸਾਰੇ ਜਗਤ ਦੀਆਂ ਜੂਨਾਂ ਵਿੱਚ ਫਿਰ ਰਹੀ ਹੈ। ਕਿਰਤ ਕਰਮ ਕੇ ਵਿਛੁੜ ਕਰ ਕਿਰਪਾ ਮਿਲੋ ਰਾਮ। ਇਸੇ ਪ੍ਰਕਾਰ ਪਰਮ ਭਲਾਈ ਸਭ ਜਗ ਫੇਰੀ, ਇਹ ਸਤਿਗੁਰੂ ਭਰਮ ਦੀ ਭੁਲਾਈ ਮਨੁੱਖਾ ਦੇ ਪਾ ਕੇ ਇਹ ਜਿਹੜੀ ਮੇਰੀ ਬਿਰਤੀ ਹੈ ਸਾਰੇ ਜਗਤ ਵਿੱਚ ਫਿਰ ਰਹੀ ਹੈ। ਭਾਵੀ ਹੋਈ ਭਾਲ ਅਤੇ ਖੋਜਦੀ ਹੋਈ ਸਿੱਥੀ ਹੋਈ ਵਿਆਕੁਲ ਹੋ ਰਹੀ ਹੈ। ਸੋ ਸਾਹੋ ਸਾਧਨ ਦੇਵਾਈ, ਪਰੰਤੂ ਉਹ ਪਤੀ ਪਰਮੇਸ਼ਰ ਆਤਮਿਕ ਸ਼ਾਂਤੀ ਨਹੀਂ ਦਿੰਦਾ ਹੈ। ਕਿਆ ਚੱਲੈ ਤਿਸ ਨਾਲ, ਤਿਸ ਨਾਲ ਉਸ ਦੇ ਨਾਲ ਇਸ ਲਈ ਕੀ ਜ਼ੋਰ ਚੱਲ ਸਕਦਾ ਹੈ। ਭਾਵ ਕੋਈ ਜ਼ੋਰ ਨਹੀਂ ਚੱਲਦਾ। ਜਿਸ ਅੱਗੇ ਜ਼ੋਰ ਨਾ ਚੱਲਈ ਖਲੇ ਕੀਚੇ ਅਰਦਾਸ। ਗੁਰ ਪ੍ਰਸਾਦੀ ਹਰ ਧਿਆਈਐ, ਇਹ ਭਾਈ ਗੁਰਾਂ ਦੀ ਕਿਰਪਾ ਦੁਆਰਾ ਹਰੀ ਪਰਮੇਸ਼ਰ ਨੂੰ ਧਿਆਈਏ। ਅੰਤਰ ਰੱਖੀਐ ਉਰ ਤਾਰ, ਅਤੇ ਹੋਰ ਹਿਰਦੇ ਦੇ ਅੰਦਰ ਵਿੱਚ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਵਸਾ ਕੇ ਰੱਖੀਏ। ਨਾਨਕ ਘਰ ਬੈਠਿਆਂ ਸਹੁ ਪਾਇਆ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਗੁਰਾਂ ਦੀ ਪ੍ਰਾਪਤੀ ਕਰਕੇ ਗ੍ਰਸਥ ਦੇ ਵਿੱਚ ਆਪਦੇ ਘਰ ਵਿੱਚ ਹੀ ਬੈਠ ਕੇ
ਜਦ ਭਗਤੀ ਕੀਤੀ ਤਾਂ ਸਹੁ ਪਤੀ ਨੂੰ ਪਾ ਲਿਆ, ਜਾਂ ਆਪਣੇ ਅੰਤःਕਰਨ ਰੂਪੀ ਘਰ ਵਿੱਚ ਜਾਂ ਸਾਧ ਸੰਗਤ ਰੂਪੀ ਘਰ ਦੇ ਵਿੱਚ ਬੈਠੇ ਆ, ਭਾਵ ਅਸਥਿਤ ਹੋਇਆ ਹੀ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ। ਇਹ ਮਹਾਰਾਜ ਆਪੋਂ ਪਾਇਆ ਹੈ, ਆਪ ਦੇ ਯਤਨ ਨਾਲ ਪਾਇਆ? ਕਹਿੰਦੇ ਨਹੀਂ ਨਹੀਂ ਭਾਈ, ਇਸ ਤਰ੍ਹਾਂ ਦਾ ਹੰਕਾਰ ਆ ਜਾਵੇਗਾ। ਲੋ ਸੁਣੋ, ਜਾਂ ਕਿਰਪਾ ਕੀਤੀ ਕਰਤਾਰ, ਤਾਂ ਪਾਇਆ ਹੈ ਜਾਂ ਪਰਮੇਸ਼ਰ ਕਰਤਾਰ ਨੇ, ਜਿਹਦੇ ਹੱਥ ਵਿੱਚ ਸਾਡੀ ਪ੍ਰਾਰਬਧ ਰੋਜੀ ਰੋਟੀ ਰੂਪੀ ਤਾਰ ਹੈ। ਉਸ ਵਾਹਿਗੁਰੂ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ, ਕਿਰਪਾ ਦ੍ਰਿਸ਼ਟੀ ਦਇਆ ਦ੍ਰਿਸ਼ਟੀ ਕੀਤੀ ਤਾਂ ਪਾਇਆ ਹੈ। ਮਹੱਲਾ ਤੀਜਾ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫੁਰਮਾਨ ਕਰਦੇ ਹਨ, ਧੰਦਾ ਧਾਵਤ ਦਿਨ ਗਿਆ, ਮਨਮੁਖ ਜੀਵਨ ਦਾ ਧੰਦਿਆਂ ਵਿੱਚ ਦੌੜਦਿਆਂ ਦਿਨ ਬਤੀਤ ਹੋ ਗਿਆ ਹੈ। ਰਹਿਣ ਗਵਾਈ ਸੋਏ, ਅਤੇ ਰਾਤ ਸੌਂ ਕੇ ਗਵਾ ਦਿੱਤੀ ਹੈ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਮੇਰੇ ਵਰਗੇ ਕੰਮ ਤਾਂ ਕੋਈ ਕਰਦੇ ਨਹੀਂ ਤੇ ਸੋਚੀ ਜਾਂਦੇ ਨੇ ਵਿਹਲੇ ਬੈਠੇ, ਮਤਲਬ ਕੰਮ ਵਾਲਾ ਬੰਦਾ ਧੰਦੇ ਵਾਲਾ ਨਹੀਂ। ਗੁਰੂ ਸਾਹਿਬ ਨੇ ਆਖਿਆ ਮੈਂ ਆਪਾਂ ਨੂੰ ਭੁਲੇਖਾ ਨਾ ਹੋਵੇ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇਖਿਆ ਭਲਾ ਮਨਾਈ। ਜੋ ਵੀ ਕਿਸੇ ਦੀ ਕਿਰਤ ਵਿਰਤ ਹੈ ਉਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕਰਨ ਦੀ ਆਗਿਆ। ਧੰਦਾ ਗੁਰੂ ਪਿਆਰਿਓ ਹੱਥਾਂ ਦਾ ਨਹੀਂ ਹੈ। ਹੱਥਾਂ ਬਾਬਤ ਤਾਂ ਭਗਤ ਨਾਮਦੇਵ ਜੀ ਦਾ ਉਪਦੇਸ਼ ਹੈ। ਜਦ ਤਰਲੋਚਨ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਸੀਗਾ, ਕਹਿੰਦੇ ਮੈਂ ਤੇ ਸੁਣਿਆ ਸੀ ਵੀ ਨਾਮਦੇਵ ਤੂੰ ਬੜਾ ਵੱਡਾ ਭਗਤ ਹੈ ਤੇ ਮੈਂ ਦਰਸ਼ਨ ਕਰਨ ਲਈ ਆਇਆ ਸਪੈਸ਼ਲ, ਵੀ ਨਾਮਦੇਵ ਕਿਤੇ ਜੰਗਲ ਦੇ ਵਿੱਚ ਦਰਖਤ ਥੱਲੇ ਬੈਠਾ ਭਗਤੀ ਕਰਦਾ ਮੈਨੂੰ ਮਿਲੂਗਾ, ਪਰ ਤੂੰ ਤਾਂ ਲੋਕਾਂ ਨਾਲ ਲੜ ਰਿਹਾ, ਮੈਨੂੰ ਇੰਨੇ ਪੈਸੇ ਚਾਹੀਦੇ ਨੇ, ਇਹ ਥੋੜੇ ਨੇ, ਇੰਜ ਨਹੀਂ ਉਂਝ ਨਹੀਂ, ਸ਼ਾਲਾਂ ਛਾਪ ਛਾਪ ਕੇ ਵੇਚ ਰਿਹਾ ਜੋ ਸ਼ਿਵੀਆਂ ਦਾ ਕੰਮ ਸੀਗਾ। ਤੇ ਲੋਚਨ ਭਗਤ ਜੀ ਨੇ ਸਵਾਲ ਕੀਤਾ, ਕਹਿੰਦੇ ਨਾਮਾ ਮਾਇਆ ਮੋਹਿਆ, ਨਾਮ ਦੇਵਤਾ ਧੰਦਿਆਂ 'ਚ ਫਸਿਆ ਹੋਇਆ, ਮਾਇਆ ਦਾ ਮੋਹਿਆ ਹੋਇਆ ਹੈ, ਇਹ ਕਿੱਧਰ ਦਾ ਭਗਤ ਹੈ? ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ। ਤੇ ਲੋਚਨ ਮਿੱਤਰ ਇਹ ਗੱਲ ਕਹਿੰਦਾ ਹੈ। ਤੇ ਲੋਚਨ ਸੀ ਸ਼ਾਹੂਕਾਰ। ਹੁਣ ਜਿਹਦੀ 10-20 ਕਿੱਲੇ 50 ਕਿੱਲੇ ਪੈੜੀ ਹੈ ਤੇ ਜਾਂ ਉਹਦੇ ਤੋਂ ਪੂੰਜੀ ਇਨਵੈਸਟ ਹੋ ਗਈ, ਉਹ ਤਾਂ ਬੜਾ ਚੌਂਕੜਾ ਮਾਰ ਕੇ ਬੈਠ ਕੇ ਭਗਤੀ ਕਰ ਸਕਦਾ, ਸੇਵਾ ਕਰ ਸਕਦਾ। ਜਿਸ ਬੰਦੇ ਨੇ ਆਪ ਦੀ ਦਿਹਾੜੀ ਕਰਕੇ ਤੇ ਸ਼ਾਮ ਨੂੰ ਉਹੀ ਆਟਾ ਲਿਆ ਕੇ ਤੇ ਚੌਲ ਦਾਲ ਆਦਿ ਲਿਆ ਕੇ ਭੋਜਨ ਪਕਾ ਕੇ ਖਾਣਾ, ਉਹ ਦੱਸੋ ਬੈਠਿਆ ਕਿਵੇਂ ਸਰੂਗਾ? ਜਿਹੜਾ ਧੰਨਾ ਸੀ ਧੰਨਾ ਕਹਿੰਦਾ ਮਹਾਰਾਜ ਤੂੰ ਨਾ ਦੇਰ ਬੜੀ ਲਾਤੀ, ਸਾਡੇ ਜੱਟਾਂ ਦਾ ਤਾਂ ਇੱਕ ਮਿੰਟ ਵੇਲ ਨਹੀਂ ਹੁੰਦਾ। ਆ ਵੇਖ ਸਾਰੇ ਕੰਮ ਰੁਕ ਗਏ ਨੇ, ਮੱਝਾਂ ਗਾਂ ਵਿਚਾਰੀਆਂ ਮੂੰਹ ਵੱਲ ਵੇਖ ਲਈਆਂ, ਉਹਨਾਂ ਨੂੰ ਪਾਣੀ ਢਾਉਣਾ, ਪੱਠੇ ਵੱਢਣੇ ਨੇ, ਕੁਤਰਨੇ ਨੇ, ਉਹਨਾਂ ਨੂੰ ਭੁੱਖ ਲੱਗੀ ਹੋਈ ਹੈ, ਗੋਡੀ ਦੇਣੀ, ਲਾਣਾ, ਇੱਧਰ ਉੱਧਰ ਖੂਹ ਗੇੜਨਾ, ਬੜਾ ਕੰਮ ਹੈ। ਮਤਲਬ ਜਿਹੜਾ ਬੰਦਾ ਕਿਰਤ ਵਿਰਤ ਦੇ ਸੁਭਾਅ ਵਾਲਾ ਹੈ ਉਹ ਵਿਹਲਾ ਰਹਿ ਕੇ ਖੁਸ਼ੀ ਨਹੀਂ ਹੈ, ਉਹਦੇ ਵਿਹਲੇ ਦਾ ਗੁਜ਼ਾਰਾ ਹੀ ਨਹੀਂ ਹੈ। ਤੇ ਇਸ ਵਾਸਤੇ ਜਿਹਦਾ ਸੁਭਾਅ ਕੀ ਕਰਕੇ ਖਾਣਾ, ਜਿਵੇਂ ਬਾਬਾ ਵਿਧੀ ਚੰਦ ਦੇ ਭਾਈ ਪੁਰਾਣਾ ਜੀ ਨੇ ਲੁਹਾਰ ਦੀ ਭੱਠੀ ਤੇ ਲੋਹਾ ਕੁੱਟ ਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਦੇ ਹੱਥੀਂ ਪ੍ਰਸ਼ਾਦਾ ਬਣਾ ਕੇ 40 ਦਿਨ ਗਵਾਲੀਅਰ ਦੇ ਕਿਲ੍ਹੇ 'ਚ ਖਵਾਇਆ। ਸਰਕਾਰੀ ਪੈਸਾ 500 ਰੁਪਏ ਚੋਂ ਇੱਕ ਆਨਾ ਵੀ ਮਹਾਰਾਜ ਨੇ ਆਪ ਦੇ ਲਈ ਨਹੀਂ ਵਰਤਿਆ। ਚੋਲੇ ਦਾ ਕੱਪੜੇ ਲੀੜੇ ਦਾ ਆਪਦੇ ਲੈ ਕੇ ਗਏ ਤੇ ਰੋਟੀ ਆਪਦੀ ਵੱਖਰੀ ਪਕਾਉਂਦੇ ਸੀ ਕਿਰਤ ਵਾਲੀ। ਸਰਕਾਰੀ ਖਜ਼ਾਨੇ 'ਚੋਂ ਜਿੰਨਾ ਪੈਸਾ ਉਹ ਸਾਰਾ ਹੀ ਕੜਾਹ ਪ੍ਰਸ਼ਾਦ ਤੇ ਦਾਲ ਫੁਲਕਾ 52 ਰਾਜਿਆਂ ਦਾ ਤੇ ਬਾਕੀ ਹੋਰ ਕੈਦੀਆਂ ਦਾ ਚੱਲਦਾ ਸੀਗਾ। ਇਸ ਵਾਸਤੇ ਇਹ ਨਾਮਦੇਵ ਤੂੰ ਦਾ ਮਾਇਆ 'ਚ ਮੋਹਿਆ ਹੋਇਆ,
क्योंकि त्रिलोचन शाहूकार सीगा, ਉਹਦਾ ਵਿਹਲੇ ਬੈਠੇ ਦਾ ਸਰਦਾ ਸੀਗਾ, ਕੋਈ ਧੀ नहीं, कोई पुत नहीं, कोई कबीलदारी नहीं। पूंजी महाराज की कृपा नाल बथेरी सीगी ते चाहुंदा सी मैनूं रब मिल जाए, इसलिए खोज करदा सी भी रब नूं बुलाउण वाला कोई संत मैनूं प्राप्त हो जाए। संत सहाई प्रेम के कर कृपा दिया बुलाए। जद आके वेखिया ते वो कहे भी मेरा काम पहला करो, नामदेव कहंदा नहीं बई, जिहदी पहला वारी है पहला देखेगा तो पहला काम होगा। तो कोई कहता भी मैं इन्ने पैसे, कहते नहीं इन्ने नहीं, इन्ने लगणगे। इन्ना रौला पै रहा उत्थे गाहकां दा, क्योंकि नामदेव जी पैसे घट लेंदे सी, काम सुथरा करदे सी। गाहक जांदा भी उत्थे अगले नूं पता लग जांदा भी ये बंदा बेईमान है, ईमानदार। नामदेव जी ईमानदार सन। नामा माया मोहिया, नाम देवता धंधे च खचत माया दा मोया होया है। कहे त्रिलोचन वीर, त्रिलोचन शाहूकार उदा मित्र, ये गल आंदा है ते मूँह ते आंदा है। पिठ पिछे जे करिए तां निंदिया हुंदी है, जे मूँह ते गल कर दईए तां वो निंदिया नहीं हुंदी। ना कोई चुगली दा दोष लगदा, गलती है या कुछ भी औगण है या घाट है, तो अगले के मूँह के कहने का कोई दोष नहीं। तो गल मूँह से साफ सुथरी कही, पिठ पिछे निंदिया नहीं की। नामा माया मोहिया कहे त्रिलोचन मीत, काहे शीको शाइल शाला छाप छाप के की तू कारोबार खच दोया पिया। राम न लाभ हो चीज नामदेव, रमे हुए वाहिगुरु नाल चित क्यों नहीं लाया होया तू। तो नामदेव जी कहंदा हे त्रिलोचन मित्र सुन, नामा कहे त्रिलोचना मुक्ति राम संभाल। एक बार तुसीं भी उच्ची बोल के कह दो जी, सतनाम श्री वाहिगुरु। वाहिगुरु तां जबान नहीं आखना है, ते मेरी जबान वाहिगुरु वाहिगुरु राम राम कह रही है। भगत नामदेव जी ने उत्तर दिता, कहते नामा कहे त्रिलोचना मुक्ति राम संभाल। हाथ पाओ कर काम सब चीत निरंजन नाल। काम हाथ पैर कर रहे ने ते जिहड़ा चेते करना वो निरंजन नूं चित दे नाल मैं चेते कर रहा। चित सिमरन करो नैन अवलोकनो, श्रवण बाणी सो जस मुँह राखो। मन सो मद कर करो चरण हृदय धरो, रसना अमृत राम नाम भाखो। मेरी प्रीत गोबिंद सिंह जिन घटा, मैं तो मोल महंगी लई जिए सट रहाओ। ये भगत नामदेव जी का प्रेम सीगा। तो इस वास्ते जिहड़ा धंधा है वो हत्थां दा नहीं है। किते आपके घर रोटी खाने वाला टेबल ही साफ करके देखे। कई बार मैं महसूस किया है कि आप दूसरे पर डिपेंड होंगे आ कि लिया बीबी चाह, लिया बीबी पानी। आपकी रोटी खाने वाला ही टेबल जो अपने हाथ ना साफ कर रही है, मन बड़ा खुश होता है, क्योंकि सफाई दे नाल जे आपदे प्रसाद पानी छकी है कितना मन खुश होगा। इस वास्ते कमरे की आपकी शीशे वाली बारी ही आपके हाथ ना साफ करके देखिए, कितना मन प्रसन्न होगा। देखो मिट्टी घट्टा पिया होया सी, आप साफ कर ली, कितना सोहना दिखता है। आपके घर का काम किसी काम वाली को कराने की बजाय खुद आप झाड़ू फेरिए। बाहरले देश क्यों तरक्की ते हैं? असी कुछ भी करना होए, भांडे मांजन वाली वखरी लाई है, रोटियां पकाने वाली वखरी लाई है, कपड़े धोने वाली वखरी लाई है। कि किसी धी पुत का विआह आ गया, पता नहीं कितों लोग आए हुए ने, की खाते ने की पींदे ने, उठ के नहाते भी कि नहीं नहाते। बड़ा कुछ दुनिया चलता, मुसलमान ने कि कौन ने, तो उन्होंने हथों तंबाकू बीड़ी वालियां दे हथों वर्दियां वर्दियां सोहनियां कंपनी ने दित्तियां होंदियां ने, ते बहरियां दे हथों आपां बड़ा पसंद करते हैं।
ਤੂੰ ਆਪ ਬਣਾ ਕੇ ਤੇ ਆਪ ਦੇ ਹੱਥੀਂ ਖਾਣ ਦਾ ਸ਼ੌਂਕ ਨਹੀਂ ਹੈ। ਹਲਵਾਈ ਆਦਿਕ ਜਾਂ ਹੋਰ ਵਰਤਾਵਿਆਂ ਨੂੰ ਸੱਦ ਬੁਲਾ ਕੇ ਤੇ ਮਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਬਥੇਰਾ ਹੈ, ਕੰਮ ਕਰਨ ਦੀ ਲੋੜ ਹੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਣੀ ਦੀ ਪਿਆਸ ਲੱਗੀ ਸੀ ਤੇ ਗੁਰੂ ਮਹਾਰਾਜ ਨੇ ਪਾਣੀ ਮੰਗਿਆ। ਸੇਵਾਦਾਰ ਗੜਵਈ ਸਿੱਖ ਕੋਲ ਨਹੀਂ ਸੀਗਾ। ਇਹ ਸਾਡੇ ਮੈਟਰ ਦੀ ਕਿਤਾਬ ਦੇ ਵਿੱਚ ਕਵਿਤਾ ਹੁੰਦੀ ਸੀ। ਇੱਕ ਸ਼ਾਹੂਕਾਰ ਦੇ ਮੁੰਡੇ ਨੇ ਪਾਣੀ ਦਾ ਕਟੋਰਾ ਭੜ ਕੇ ਮਹਾਰਾਜ ਨੂੰ ਫੜਾਇਆ ਤੇ ਗੁਰੂ ਸਾਹਿਬ ਨੇ ਡੋਲਤਾ। ਕਹਿੰਦਾ ਜੀ ਤੁਸੀਂ ਪੀਤਾ ਨਹੀਂ, ਪਾਣੀ ਡੋਲਿਆ ਕਿਉਂ? ਮਹਾਰਾਜ ਕਹਿੰਦੇ ਮੁਰਦਾ ਸਰੀਰ ਨਾਲ ਟੱਚ ਕਰਨ ਤੋਂ ਜਲ ਛਕਣ ਦੇ ਯੋਗ ਨਹੀਂ ਰਿਹਾ, ਅਪਵਿੱਤਰ ਹੋ ਗਿਆ। ਕਹਿੰਦਾ ਜੀ ਮੈਂ ਤਾਂ ਜਿਉਂਦਾ ਹਾਂ। ਸਤਿਗੁਰੂ ਜੀ ਕਹਿੰਦੇ ਤੈਨੂੰ ਕਦੀ ਵੇਖਿਆ ਤਾਂ ਹੈ ਨਹੀਂ। ਕਹਿੰਦੇ ਜੀ ਆਉਂਦਾ ਮੈਂ ਡੇਲੀ ਆ, ਕਿਉਂਕਿ ਨਿਗਾਹ 'ਚ ਤਾਂ ਉਹੀ ਬੰਦਾ ਆਉਂਦਾ ਜਿਹੜਾ ਸੇਵਾ ਸੁਭਾ ਕਰਦਾ। ਕਹਿੰਦੇ ਕਰਦਾ ਕੀ ਹੁੰਦਾ? ਕਹਿੰਦਾ ਜੀ ਘਰ 'ਚ ਬੜੇ ਨੌਕਰ ਚਾਕਰ ਨੇ, ਕਰਨ ਦਾ ਸੁਭਾਅ ਹੀ ਨਹੀਂ। ਉਹ ਵਿਹਲੇ ਰਹਿ ਕੇ ਛਕਣ ਦਾ ਸੁਭਾਅ। ਇਹ ਮਹਾਰਾਜ ਮੈਂ ਕਦੀ ਕੀਤਾ ਹੀ ਨਹੀਂ ਕੋਈ ਕੰਮ। ਕਹਿੰਦੇ ਆਹ ਹੱਥ ਆਪਣੇ ਵਿਖਾ, ਰੂਹ ਤੋਂ ਵੀ ਨਰਮ ਇਸੇ ਕਰਕੇ, ਇਸ ਲਈ ਸੇਵਾ ਬਿਨਾਂ ਮੁਰਦਾ ਹੈ। ਫਿਰ ਉਹਨੇ ਮਾਫੀ ਮੰਗੀ, ਜੀ ਗਲਤੀ ਹੈ ਤਾਂ ਮਾਫ ਕਰੋ ਜੀ, ਮੈਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਸੀ, ਜਾਣਕਾਰੀ ਨਹੀਂ ਸੀ। ਗੁਰੂ ਸਾਹਿਬ ਕਹਿਣ ਲੱਗੇ ਸੇਵਾ ਕਰਕੇ ਜਿਉਂਦਾ ਹੋਏਗਾ। ਫਿਰ ਉਹ ਬਰਤਨ ਮਾਂਜਣ ਦੀ, ਲੰਗਰ ਪਕਾਉਣ ਵਰਤਾਉਣ ਦੀ ਸੇਵਾ ਕਰਨ ਲੱਗਾ ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਸਫਲਤਾ ਪ੍ਰਾਪਤ ਹੋਈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਜਿੰਦਿਆ ਵਰ ਪਾਵਣਾ ਹਉਮੈ ਵਿੱਚੋਂ ਜਾਏ। ਮੈਂ ਗੱਲ ਕਰ ਰਿਹਾ ਸੀ ਕੰਮ ਦੀ। ਸੋ ਗੁਰੂ ਘਰ ਦੀ ਸੇਵਾ ਕਰਨ ਤੋਂ ਤਾਂ ਮਨ ਪ੍ਰਸੰਨ ਹੁੰਦਾ ਹੀ ਹੁੰਦਾ ਹੈ ਤੇ ਆਪ ਦੀ ਰੋਜੀ ਰੋਟੀ ਵਾਸਤੇ ਖੁਦ ਆਪ ਦਾ ਜੁਗਾੜ ਲੜਾਈਏ, ਆਪ ਹੱਥੀਂ ਕਿਰਤ ਕਰੀਏ, ਮਨ ਬਹੁਤ ਖੁਸ਼ ਰਹੇਗਾ। ਸਾਡੇ ਮੁੰਡੇ ਚਿੱਟਾ ਕਿਉਂ ਪੀਂਦੇ ਨੇ, ਫੀਮ ਕਿਉਂ ਖਾਂਦੇ, ਭੁੱਖੇ ਡੋਡੇ ਨਸ਼ੇ ਵਰਤ ਕੇ ਲੰਮੇ ਕਿਉਂ ਪਏ ਰਹਿੰਦੇ, ਬਿਮਾਰ ਕਿਉਂ ਰਹਿੰਦੇ ਨੇ? ਕਾਰਨ ਕੀ ਹੈ? ਵੀ ਹੱਥੀਂ ਕੰਮ ਕਰਨਾ ਛੱਡ ਦਿੱਤਾ। ਬਜ਼ੁਰਗ ਬਾਬੇ ਸਾਡੇ ਜਿਨ੍ਹਾਂ ਕਮਾਈਆਂ ਕੀਤੀਆਂ ਤੇ ਬੜੇ ਬੜੇ ਖੂਹ ਗੇੜ ਕੇ ਪੈਲੀਆਂ ਨੂੰ ਸਿੰਜਿਆ, ਹਲ ਵਾਇਆ, ਵੇਖੋ ਅੱਜ ਵੀ ਉਹ ਤੰਦਰੁਸਤ ਨੇ। ਖੁਰਾਕ ਪਾਣੀ ਲੱਗਦਾ ਵੀ ਉਹਨੂੰ। ਸੋ ਸਾਡਾ ਦੇਸ਼ ਨਿਗਰਦਾ ਕਿਉਂ ਜਾ ਰਹੀ ਹੈ? ਕਿਤੇ ਜਾ ਕੇ ਵੇਖ ਲਓ। ਉਹ ਕਿਸੇ ਨੇ ਚੁਟਕਲਾ ਬਣਾਇਆ, ਕਹਿੰਦੇ ਕਿ ਗੋਰਾ ਆਇਆ ਇੰਡੀਆ ਦੇ ਵਿੱਚ ਤੇ ਉਹਨੇ ਪੁੱਛਿਆ, ਕਿਸੇ ਨੇ ਪੁੱਛਿਆ ਉਹਨੂੰ ਵੀ ਤੂੰ ਕੀ ਵੇਖਿਆ ਇੱਥੇ, ਤੈਨੂੰ ਇੱਥੇ ਕੀ ਮਹਿਸੂਸ ਹੋਇਆ? ਕਹਿੰਦਾ ਵੀ ਮੈਨੂੰ ਇੱਥੇ ਪਰਮਾਤਮਾ ਮਹਿਸੂਸ ਹੋਇਆ ਕਿ ਉਹ ਹਾਜ਼ਰ ਨਾਜ਼ਰ ਹੈ, ਪ੍ਰਤੱਖ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਮੈਂ ਜਿੱਥੇ ਵੀ ਗਿਆ, ਕਿਸੇ ਸਕੂਲ ਕਾਲਜ ਚਲੇ ਜਾਓ, ਸਾਰੇ ਪ੍ਰੋਫੈਸਰ ਟੀਚਰ ਕਾਨਫਰੰਸ ਹਾਲ ਵਿੱਚ ਬੈਠੇ, ਜਾਂ ਤਾਂ ਚਾਹ ਪੀਂਦੇ ਹੋਣਗੇ, ਜਾਂ ਗੱਪਸ਼ਪ ਕਰਦੇ ਹੋਣਗੇ, ਜਾਂ ਰੋਟੀ ਖਾਂਦੇ ਹੋਣਗੇ। ਕਿਤੇ ਆਫਿਸਰ ਦੇ ਆਫਿਸ ਚਲੇ ਜਾਓ, ਵੱਡੀ ਸਾਰੀ ਲਾਈਨ ਲੱਗੀ ਹੋਊਗੀ, ਐਫੀਡੈਵਿਟ ਹੱਥ 'ਚ ਹੋਣਗੇ ਤੇ ਸਾਹਿਬ ਟੋਲਟ ਗਏ ਨੇ, ਸਾਹਿਬ ਮੀਟਿੰਗ ਤੇ ਗਏ ਨੇ, ਸਾਹਿਬ ਛੁੱਟੀ ਤੇ ਨੇ, ਸਾਹਿਬ ਲੰਚ ਤੋਂ ਬਾਅਦ ਆਉਣਗੇ, ਸਾਹਿਬ ਲੰਚ ਤੋਂ ਪਹਿਲਾਂ ਹੋ ਕੇ ਚਲੇ ਗਏ ਨੇ, ਸਾਹਿਬ ਇੰਝ ਦੇ ਸਾਹਿਬ ਹੋਣਗੇ। ਕੋਈ ਵੀ ਬੰਦਾ ਕੰਮ ਕਰਕੇ ਰਾਜੀ ਨਹੀਂ, ਪਰ ਕੰਮ ਫਿਰ ਵੀ ਚੱਲ ਰਿਹਾ। ਇਸ ਵਾਸਤੇ ਇਹ ਰੱਬ ਦੀ ਕੁਦਰਤ ਹੀ ਹੈ। ਵੇਖੋ ਸਭ ਕੁਝ ਚੌਪਟ ਹੋਇਆ ਪਿਆ ਤੇ ਰੱਬ ਦੀ ਕਿਰਪਾ ਸਮਝਣੀ ਚਾਹੀਦੀ, ਫਿਰ ਉਹਦਾ ਨਾਮ ਤਾਂ ਜਪਣਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸੀ ਕਿ ਬਾਹਰਲੀਆਂ ਕੰਟਰੀਆਂ, ਬਾਹਰਲੇ ਦੇਸ਼ ਤਰੱਕੀ ਵਿੱਚ ਕਿਉਂ ਨੇ? ਮੁੰਡੇ ਸਾਡੇ ਇੱਥੇ ਤਾਂ ਕੰਮ ਕਰਕੇ ਰਾਜੀ ਨਹੀਂ, ਪਰ ਜਦੋਂ ਬਾਹਰ ਜਾਂਦੇ ਨੇ ਉੱਥੋਂ ਦਾ ਸਰਕਲ ਹੀ ਇਸ ਤਰ੍ਹਾਂ ਦਾ ਕਿ ਵਿਹਲਾ ਬੰਦਾ ਬੈਠ ਹੀ ਨਹੀਂ ਸਕਦਾ, ਕੰਮ ਕਰਨਾ ਹੀ ਪਊਗਾ। ਖੁਦ ਬਰਾਕ ਓਬਾਮਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਰਿਹਾ, ਉਹ ਖੁਦ ਨੌਕਰੀ ਕਰਦਾ ਆਪਦੇ ਆਫਿਸ 'ਚ, ਖੁਦ ਆਪ ਦਾ ਕੰਮ ਪਹਿਲਾਂ ਵੀ ਕਰਦਾ ਹੋਣਾ, ਆਪਦੀ ਉਹ ਬਾਗ ਬਗੀਚੇ ਵਿੱਚ ਖੁਦ ਆਪਦੀ ਗੋਡੀ ਕਰਦਾ। ਕਹਿਣ ਤੋਂ ਭਾਵੇਂ ਕਿ ਗੁਰੂਆਂ ਦਾ ਹੁਕਮ ਵੀ ਹੈ, ਕੰਮ ਕਰਨ ਵਾਲਾ ਇਨਸਾਨ ਗਲਤ ਰਸਤੇ ਨਹੀਂ ਤੁਰਦਾ, ਨਸ਼ਿਆਂ ਦੇ ਵਿੱਚ ਨਹੀਂ ਵਰਤਦਾ, ਔਰ ਉਹਦਾ ਮਨ ਪ੍ਰਸੰਨ ਹੋ ਕੇ ਸਰੀਰ
ਪੂਰਾ ਥਕਾਵਟ ਦੇ ਸਹਿਤ, ਪੂਰੇ ਆਰਾਮ ਦੇ ਵਿੱਚ, ਨੀਂਦ ਵੀ ਪੂਰੀ, ਭੁੱਖ ਵੀ ਪੂਰੀ। ਇਸ ਲਈ ਮੈਂ ਬੇਨਤੀ ਕਰ ਰਿਹਾ ਸੀ ਵੀ ਧੰਦਾ ਹੱਥਾਂ ਦਾ ਨਹੀਂ, ਧੰਦਾ ਮਨ ਦਾ ਹੈ। ਵਿਹਲਾ ਮਨ ਸ਼ੈਤਾਨੀ ਦਾ ਘਰ। ਅਸੀਂ ਭਾਵੇਂ ਵਿਹਲੇ ਹਾਂ ਤੇ ਪਰ ਫਿਰ ਵੀ ਸਾਡਾ ਮਨ ਧੰਦਿਆਂ ਦੇ ਵਿੱਚ ਹੈ। ਮਨ ਧੰਦਾ ਬੰਦਾ ਕਿਰਤ ਕਮਾਏ। ਜਿਹੜਾ ਮਨ ਹੈ ਇਹ ਧੰਦਿਆਂ ਦੇ ਵਿੱਚ ਬੱਧਾ ਹੋਇਆ ਤੇ ਸਾਧ ਸੰਗਤ ਜੀ ਆਪਣੇ ਆਪ ਦੇ ਵਿੱਚ ਹੀ ਬਿਜ਼ੀ ਹੈ। ਪਾਤਸ਼ਾਹ ਜੀ ਕਥਨ ਕਰਦੇ ਹਨ, ਮਹੱਲਾ ਤੀਜਾ। ਮਹੱਲਾ ਤੀਜਾ। ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਧੰਦਾ ਤਾਵਤ ਦਿਨ ਗਿਆ। ਜਿਹੜੇ ਮਨਮੁਖ ਜੀਵ ਨੇ 24 ਘੰਟੇ ਕੰਮ ਕੀ ਹੋਇਆ, ਗਲ ਫਾਹ ਹੀ ਪੈ ਗਿਆ। ਇਸ ਵਾਸਤੇ ਘੜੀ ਘੰਟਾ ਨਾ ਸਵੇਰੇ ਨਾ ਸ਼ਾਮ ਗੁਰਦੁਆਰੇ ਵਾਸਤੇ ਕੱਢਿਆ ਹੀ ਨਹੀਂ, ਸੰਗਤ ਵਿੱਚ ਆਇਆ ਹੀ ਨਹੀਂ। ਇਉਂ ਮਨਮੁਖ ਜੀਵਨ ਦਾ ਧੰਦਿਆਂ ਵਿੱਚ ਦੌੜਦਿਆਂ ਹੋਇਆ ਦਿਨ ਬਤੀਤ ਹੋ ਗਿਆ, ਲੰਘ ਗਿਆ ਹੈ। ਰਹਿਣ ਗਵਾਈ ਸੋਏ। ਅਤੇ ਜਿਹੜੀ ਰਾਤ ਹੈ ਥੱਕ ਟੁੱਟ ਕੇ ਸੌਂ ਕੇ ਗਵਾ ਦਿੱਤੀ ਹੈ। ਮਤਲਬ ਕਿਸੇ ਵੇਲੇ ਵੀ ਭਜਨ ਨਹੀਂ ਕੀਤਾ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਧੰਦਾ ਤਾਵਤ ਦਿਨ ਗਿਆ। ਮਨਮੁਖ ਜੀਵਨ ਦਾ ਧੰਦਿਆਂ ਵਿੱਚ ਦੌੜਦਿਆਂ ਦਿਨ ਬਤੀਤ ਹੋ ਗਿਆ। ਰਹਿਣ ਗਵਾਈ ਸੋਏ। ਅਤੇ ਜਿਹੜੀ ਰਾਤ ਹੈ ਉਹ ਸੌਂ ਕੇ ਗੁਜ਼ਾਰ ਦਿੱਤੀ ਹੈ। ਮੇਰੇ ਵਰਗੇ ਤਾਂ ਦਿਨੇ ਵੀ ਸੁੱਤੇ ਰਹਿੰਦੇ ਨੇ, ਕੰਮ ਹੀ ਕੋਈ ਨਹੀਂ। ਇੱਥੇ ਤਾਂ ਰਾਤ ਦੀ ਗੱਲ ਹੈ, ਅਸੀਂ ਦਿਨੇ ਵੀ ਸੁੱਤੇ ਰਹਿੰਦੇ ਆ। ਰੱਬ ਹੀ ਰਾਖਾ ਹੈ। ਕੂੜਾ ਬੋਲ ਬਿਖ ਖਾਇਆ। ਝੂਠ ਬੋਲ ਕੇ ਵਿਸ਼ਿਆਂ ਰੂਪੀ ਜ਼ਹਿਰ ਹੀ ਖਾਧਾ ਹੈ, ਕਦੀ ਅੰਮ੍ਰਿਤ ਨਹੀਂ ਛਕਿਆ। ਮਨ ਮੁਖ ਚਲਿਆ ਰੋਏ। ਇਸ ਕਰਕੇ ਮਨਮੁਖ ਪੁਰਸ਼ ਦੁਨੀਆ ਤੋਂ ਰੋ ਕੇ ਦੁਖੀ ਹੋ ਕੇ ਪਰਲੋਕ ਨੂੰ ਚਲਿਆ ਜਾਂਦਾ ਹੈ। ਸਿਰਾਂ ਉੱਪਰ ਜਮ ਡੰਡ ਹੈ। ਮਨਮੁਖ ਦੇ ਸਿਰ ਤੇ ਜਮਾਂ ਦਾ ਡੰਡਾ ਤਿਆਰ ਰਹਿੰਦਾ ਹੈ, ਜਾਂ ਜਮ ਦੰਡ, ਪਿੱਤਰ ਦੰਡ, ਦੇਵ ਦੰਡ ਆਦਿਕ ਬਣਿਆ ਰਹਿੰਦਾ ਹੈ। ਦੂਜੇ ਭਾਏ ਪਤ ਖੋਏ। ਵੈਦ ਭਾਵ ਦੇ ਵਿੱਚ ਲੱਗਣ ਕਰਕੇ ਮਨਮੁਖ ਆਪਣੀ ਇੱਜ਼ਤ ਗਵਾ ਬੈਠਦਾ ਹੈ। ਹਰ ਨਾਮ ਕਦੇ ਨਾ ਚੇਤਿਓ। ਜਿਸ ਨਾਮ ਨੂੰ ਜਪਣ ਨਾਲ ਕਾਲ ਨਿਵਰਤ ਹੁੰਦਾ ਹੈ, ਉਸ ਹਰੀ ਪ੍ਰਭੂ ਦਾ ਨਾਮ ਕਦੇ ਵੀ ਚੇਤੇ ਨਹੀਂ ਕੀਤਾ। ਪਾਤਸ਼ਾਹ ਦਾ ਹੁਕਮ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਖੜ ਜਿਉ ਪਾਣੀ। ਧੰਦਾ ਤਾਵਤ ਦਿਨ ਗਿਆ। ਮਨਮੁਖ ਜੀਵਨ ਦਾ ਧੰਦਿਆਂ ਦੇ ਵਿੱਚ ਦੌੜਦਿਆਂ ਦਿਨ ਬਤੀਤ ਹੋ ਗਿਆ ਹੈ। ਰਹਿਣ ਗਵਾਈ ਸੋਏ। ਸੋ ਜਾਗਦਿਆਂ ਵੀ ਅਸੀਂ ਸੁੱਤੇ ਰਹਿੰਦੇ ਆ, ਕਿਉਂਕਿ ਅੱਖਾਂ ਤਾਂ ਖੁੱਲੀਆਂ ਹੁੰਦੀਆਂ ਨੇ, ਮਨ ਸੁੱਤਾ ਹੁੰਦਾ ਹੈ, ਕਿਉਂਕਿ ਇਕਾਗਰਤਾ ਨਹੀਂ ਹੈ। ਇਸ ਵਾਸਤੇ ਰਾਤ ਸੌਂ ਕੇ ਗਵਾ ਦਿੱਤੀ ਹੈ। ਸੋ ਜਾਗਦਾ ਹੋਇਆ ਮਨ ਵੀ ਮੋਹ ਦੀ ਨੀਂਦ ਵਿੱਚ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਕੂੜ ਬੋਲ ਬਿਖ ਖਾਇਆ। ਸਾਧ ਸੰਗਤ ਜੀ, ਕੂੜ ਕੀ ਹੈ ਤੇ ਸੱਚ ਕੀ ਹੈ? ਆਪਾਂ ਕੇਵਲ ਝੂਠ ਸੱਚ ਦੀ ਡੈਫੀਨੇਸ਼ਨ ਇਹੀ ਕਹਿੰਦੇ ਆ ਕਿ ਕਿਸੇ ਨੇ ਸਵਾਲ ਪੁੱਛਿਆ ਤੇ ਉਹਦਾ ਆਪਾਂ ਗਲਤ ਉੱਤਰ ਦਿੱਤਾ, ਮੀਨਿੰਗ ਝੂਠ ਬੋਲਿਆ। ਕਿਸੇ ਨੇ ਸਵਾਲ ਕੀਤਾ, ਉਹਦਾ ਉੱਤਰ ਆਪਾਂ ਸਹੀ ਦਿੱਤਾ, ਮੀਨਿੰਗ ਸੱਚ ਬੋਲਿਆ। ਇਹੀ ਆਪਾਂ ਸਮਝਦੇ ਹਾਂ, ਪਰ ਇਹ ਗੁਰਬਾਣੀ ਹੈ। ਗੁਰਬਾਣੀ ਵਿੱਚ ਕੇਵਲ ਨਾਮ ਦਾ ਉਪਦੇਸ਼ ਹੈ। ਸੋ ਵੈਸੇ ਦੁਨਿਆਵੀ ਤੌਰ ਤੇ ਵੀ ਝੂਠ ਸੱਚ ਬਾਬਤ ਫਰੀਦ ਸਾਹਿਬ ਦਾ ਵਚਨ ਹੈ ਕਿ ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲ ਕੇ ਖਾਂਦਾ ਹੈ ਉਹ ਮੁਰਦਾ ਖਾਂਦਾ ਹੈ। ਇਉਂ ਕਿਰਤ ਸੱਚ ਦੀ ਹੋਣੀ ਚਾਹੀਦੀ ਹੈ।
ਤੇ ਬਾਕੀ ਜਿਹੜਾ ਅਸਲੀ ਅਰਥ ਹੈ ਕੂੜ ਦਾ, ਉਹ ਸਾਧ ਸੰਗਤ ਜੀਓ ਗੁਰੂ ਨਾਨਕ ਸਾਹਿਬ ਨੇ ਆਪ ਆਸਾ ਦੀ ਵਾਰ ਵਿੱਚ ਕੀਤਾ ਹੈ। ਸ਼ਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਕਾਰ, ਕੂੜ ਸੋਇਨਾ ਕੂੜ ਰੱਪਾ, ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕੱਪੜ ਤੇ ਕੂੜ ਪਹਿਨਣਹਾਰ। ਇਉਂ ਮਹਾਰਾਜ ਨੇ ਤੇ ਸਾਰੇ ਜਗਤ ਨੂੰ ਕੂੜ ਹੀ ਆਖਿਆ, ਸਭ ਕੁਝ ਝੂਠ ਹੀ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇੱਕੋ ਸੱਚਾ ਹੈ ਪਰਮੇਸ਼ਰ ਦਾ ਨਾਮ। ਇੱਕ ਵਾਰ ਆਪ ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਨਾਮ ਹੀ ਸੱਚਾ ਹੈ। ਵਾਹਿਗੁਰੂ ਨਾਮ ਤੋਂ ਬਗੈਰ ਜੋ ਵੀ ਆਪਾਂ ਬੋਲਦੇ ਹਾਂ, ਕੁਛ ਵੀ ਬੋਲਦੇ ਹਾਂ, ਭਾਵੇਂ ਸੱਚ ਹੀ ਬੋਲਦੇ ਹਾਂ, ਪਰ ਉਹ ਝੂਠ ਹੈ। ਕਿਉਂਕਿ ਸਭ ਕੁਝ ਨਾਸਵੰਤ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਯੋਗਨ ਧਨਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਥੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਵੇਖ ਹਸਤਾ, ਮਿਥਿਆ ਤਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਸਭ ਮਿਥਿਆ ਸਭ ਝੂਠ ਹੈ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਇਆ। ਸੱਚਾ ਸੁੱਚਾ ਬੰਦਾ ਉਹ ਕਹਾ ਸਕਦਾ ਹੈ ਜਿਹਦੇ ਹਿਰਦੇ 'ਚ ਵਾਹਿਗੁਰੂ ਨਾਮ ਸੱਚਾ ਵਸਿਆ ਹੋਇਆ। ਕਿਉਂ ਗਾਲੀਆਂ ਬੁਲਾਲੀਆਂ ਕੰਮ ਨਾ ਰਹੇ ਮਿੱਤ। ਜਿੰਨੀਆਂ ਗੱਲਾਂ ਨੇ ਸਭ ਝੂਠ ਵਾਲੀਆਂ ਨੇ, ਪੁਲਾਲ ਵਾਲੀਆਂ ਹਨ, ਪਖੰਡ ਵਾਲੀਆਂ ਹਨ। ਕੂੜ ਬੋਲ ਵਾਹਿਗੁਰੂ ਦੇ ਨਾਮ ਤੋਂ ਬਗੈਰ ਜੋ ਵਿਸ਼ੇ ਵਿਕਾਰੀ ਗੱਲਾਂ ਬਾਤਾਂ ਕਰਨੀਆਂ ਨੇ, ਇਹ ਸਾਧ ਸੰਗਤ ਜੀ ਕੂੜ ਬੋਲਣਾ ਹੈ। ਝੂਠ ਬੋਲ ਕੇ ਵਿਸ਼ਿਆਂ ਰੂਪੀ ਜ਼ਹਿਰ ਹੀ ਖਾਧਾ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਕੀ ਵਿਦ ਨੈਨੋ ਡੀਠੀ। ਅੰਮ੍ਰਿਤ ਨੂੰ ਕੌੜਾ ਸਮਝ ਲਿਆ ਤੇ ਜਿਹੜੀ ਜ਼ਹਿਰ ਸੀ ਉਹਨੂੰ ਮਿੱਠਾ ਕਰਕੇ ਖਾ ਲਿਆ। ਮਨਮੁਖ ਚਲਿਆ ਰੋਏ। ਇਸ ਕਰਕੇ ਜਦ ਮਨਮੁਖ ਮਰ ਕੇ ਯਮਾਂ ਦੇ ਘਰ ਜਾਂਦਾ ਤੇ ਝੂਠ ਵਾਲਾ ਤੇ ਵਿਕਾਰਾਂ ਰੂਪੀ ਜ਼ਹਿਰ ਵਾਲਾ ਜਾਂ ਨਸ਼ਿਆਂ ਦੀ ਜ਼ਹਿਰ ਵਾਲਾ ਬੰਦਾ ਦੁਨੀਆ ਤੋਂ ਰੋ ਕੇ ਦੁਖੀ ਹੋ ਕੇ ਪਰਲੋਕ ਨੂੰ ਚਲਿਆ ਜਾਂਦਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੇਰਾ ਉੱਪਰ ਜਮ ਡੰਡ ਹੈ। ਮਨਮੁਖ ਦੇ ਸਿਰ ਉੱਤੇ ਜਮਾਂ ਦਾ ਡੰਡਾ ਤਿਆਰ ਰਹਿੰਦਾ ਹੈ। ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੈ ਨਬੇਰਾ। ਜਿਹੜੇ ਮੂਰਖ ਬੰਦੇ ਹੁੰਦੇ ਨੇ, ਮੂਰਖ, ਜਦ ਉਹਨਾਂ ਦੇ ਸਿਰ 'ਚ ਡੰਡਾ ਵੱਜੇ ਤਾਂ ਉਹਨਾਂ ਨੂੰ ਮੱਤ ਆਉਂਦੀ ਹੈ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜਮਾਂ ਦਾ ਡੰਡਾ ਤਿਆਰ ਹੈ ਭਾਈ। ਦੂਜਾ ਭਾਈ ਪਤ ਖੋਏ। ਜਮ ਡੰਡ, ਪਿੱਤਰ ਦੰਡ, ਦੇਵ ਦੰਡ, ਟੈਕਸ ਆਦਿਕ ਬਣਿਆ ਰਹਿੰਦਾ। ਦਵੈਤ ਭਾਵ ਦੇ ਵਿੱਚ ਲੱਗਣੇ ਕਰਕੇ ਮਨਮੁਖ ਆਪਣੀ ਇੱਜ਼ਤ ਗਵਾ ਬੈਠਦਾ ਹੈ। ਹਰ ਨਾਮ ਕਦੇ ਨਾ ਚੇਤਿਓ। ਜਿਸ ਨਾਮ ਨੂੰ ਜਪਣ ਨਾਲ ਕਾਲ ਨਿਵਰਤ ਹੁੰਦਾ ਹੈ, ਉਹ ਹਰੀ ਪ੍ਰਭੂ ਦਾ ਨਾਮ ਕਦੀ ਯਾਦ ਹੀ ਨਹੀਂ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਮਹਾਰਾਜ ਕਹਿੰਦੇ ਨੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੀੜੇ। ਧਰੂ ਤੇ ਪ੍ਰਹਿਲਾਦ ਦੀ ਤਰ੍ਹਾਂ ਭਾਈ ਛੋਟੀ ਉਮਰ ਤੋਂ ਹੀ ਨਾਮ ਜਪਣਾ ਆਰੰਭ ਕਰ ਦਿਓ। ਸੋ ਜ਼ਰੂਰੀ ਨਹੀਂ ਵੀ ਇਹ ਕੰਮ ਬਜ਼ੁਰਗਾਂ ਦਾ ਹੈ, ਵੱਡੀ ਉਮਰ ਵਾਲਿਆਂ ਦਾ ਹੈ। ਕਿਸੇ ਵੀ ਉਮਰ ਦੇ ਵਿੱਚ ਅਸੀਂ ਨਾਮ ਦਾ ਚਿੰਤਨ ਕਰ ਸਕਦੇ ਹਾਂ, ਪਰ ਕਿਸੇ ਵੀ ਉਮਰ 'ਚ ਆਪਾਂ ਕਿਸੇ ਵੀ ਸਮੇਂ ਨਾਮ ਨੂੰ ਚੇਤੇ ਨਹੀਂ ਕੀਤਾ। ਫਿਰ ਆਵਣ ਜਾਣਾ ਹੋਏ। ਉਸ ਬੰਦੇ ਦਾ ਮੁੜ 84 ਲੱਖ ਜੂਨਾਂ 'ਚ ਆਉਣਾ ਜਾਣਾ ਹੁੰਦਾ। 84 ਦੇ ਫੇਰੇ ਵਿੱਚ ਆਉਣਾ ਜਾਣਾ ਹੋ ਜਾਂਦਾ ਹੈ। ਗੁਰ ਬਰਸਾਤੀ ਹਰ ਮਨ ਵਸੈ। ਪਰ ਜਿਸ ਦੇ ਗੁਰਾਂ ਦੀ ਕਿਰਪਾ ਦੁਆਰਾ
ਹਰੀ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਹਿਰਦੇ ਵਿੱਚ ਵਸ ਜਾਏ। ਜਮ ਡੰਡ ਨ ਲਾਗੈ ਕੋਏ, ਉਸ ਦੇ ਤਾਈਂ ਕੋਈ ਵੀ ਜਮ ਡੰਡ ਆਦਿਕ ਨਹੀਂ ਲੱਗਦਾ, ਭਾਵ ਪੁਰਖ ਮੁਕਤ ਰੂਪ ਹੋ ਜਾਂਦਾ ਹੈ। ਨਾਨਕ ਸਹਿਜੇ ਮਿਲ ਰਹਾ, ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਉਹ ਪੁਰਖ ਗਿਆਨ ਸਰੂਪ ਜਾਂ ਸਹਿਜ ਸਰੂਪ ਦੇ ਆਨੰਦ ਵਿੱਚ ਮਿਲਿਆ ਰਹਿੰਦਾ ਹੈ। ਕਰਮ ਬਰਾਬਦ ਹੋਏ, ਕਿਉਂਕਿ ਉਹਨੂੰ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਪੂਰੇ ਸਤਿਗੁਰੂ ਦੁਆਰਾ ਨਾਮ ਜੋ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਕਰਮ ਬਰਾਬਦ ਹੋਏ, ਜਿਸ ਦੇ ਨਿਸ਼ਕਾਮ ਕਰਮ ਕੀਤੇ ਹੋਣ ਉਹਨੂੰ ਪੂਰਾ ਸਤਿਗੁਰੂ ਪ੍ਰਾਪਤ ਹੁੰਦਾ ਤੇ ਉਹਨੂੰ ਸਤਿਗੁਰਾਂ ਦੁਆਰਾ ਗਿਆਨ ਪ੍ਰਾਪਤ ਹੁੰਦਾ ਤੇ ਉਹ ਗਿਆਨ ਦੁਆਰਾ ਸਹਿਜ ਸਰੂਪ ਦੇ ਵਿੱਚ ਮਿਲਿਆ ਰਹਿੰਦਾ ਹੈ। ਪੌੜੀ ਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ, ਇਕ ਆਪਣੀ ਸਿਫਤੀ ਲਾਇਆਨ, ਪਰਮੇਸ਼ਰ ਨੇ ਇਕਨਾਂ ਨੂੰ ਆਪ ਦੀ ਸਿਫਤੀ ਦੇ ਵਿੱਚ ਆਪ ਦੀ ਕਥਾ, ਆਪ ਦੇ ਕੀਰਤਨ, ਆਪ ਦੀ ਭਗਤੀ, ਆਪ ਦੇ ਪਾਠਾਂ ਵਿੱਚ ਲਾਇਆ ਹੋਇਆ ਹੈ। ਸਾਡੀ ਨਿਗਾਹ ਦੇ ਵਿੱਚ ਸੋ ਆਪਾਂ ਕਹਿੰਦੇ ਹਾਂ ਵੀ ਉਹ ਫਲਾਣਾ ਦਾ ਪਾਠੀ ਹੈ ਜੀ, ਮਤਲਬ ਜਿਹੜਾ ਕੰਮ ਸਭ ਤੋਂ ਉੱਚਾ ਸੁੱਚਾ ਅਤੇ ਵਧੀਆ ਹੈ ਉਸ ਨੂੰ ਅਸੀਂ ਕੰਮ ਨਹੀਂ ਗਿਣਦੇ ਤੇ ਉਸ ਨੂੰ ਅਸੀਂ ਆਮ ਗਿਣਤੀ ਵਿੱਚ ਲੈਂਦੇ ਆ, ਕਿਉਂਕਿ ਇਹ ਸਾਡਾ ਸੁਭਾਅ ਹੈ। ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਵੀ ਕਦੀ ਨਹੀਂ ਚਾਹੁੰਦੇ ਕਿ ਮੁੰਡਾ ਸਾਡਾ ਪਾਠੀ ਬਣੇ। ਜ਼ਰੂਰੀ ਨਹੀਂ ਵੀ ਆਪਾਂ ਪੈਸੇ ਲੈ ਕੇ ਪਾਠ ਕਰਨਾ, ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਡਾਕਟਰ ਬਣੇ, ਇੰਜੀਨੀਅਰ ਬਣੇ, ਵਕੀਲ ਬਣੇ, ਵੱਡੇ ਵੱਡੇ ਡਿਗਰੀ ਹੋਲਡਰ। ਤੇ ਇਹ ਮੁਬਾਰਕ ਹੈ ਸਭ ਕੁਝ, ਡਿਗਰੀਆਂ ਪੜ੍ਹਾਈਆਂ, ਪਰ ਬਾਣੀ ਵੀ ਤਾਂ ਪੜ੍ਹਨੀ ਪਏਗੀ ਤੇ ਸਿੱਖਾਂ ਦੇ ਮੁੰਡਿਆਂ ਨੂੰ ਪੜ੍ਹਨੀ ਪਏਗੀ। ਤੇ ਇਸ ਵਾਸਤੇ ਜਿਹੜੀ ਮਹਾਰਾਜ ਦੀ ਸਿਫਤ ਹੈ ਇਹ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ, ਭਗਤੀ ਹੈ, ਗੁਰਬਾਣੀ ਦਾ ਪਾਠ, ਕਥਾ, ਕੀਰਤਨ। ਇਕਨਾਂ ਨੂੰ ਸਾਧ ਸੰਗਤ ਨੂੰ ਗੁਰੂ ਸਾਹਿਬ ਨੇ ਆਪ ਦੇ ਚਰਨੀ ਲਗਾਇਆ ਹੋਇਆ ਹੈ। ਦੇ ਸਤਿਗੁਰ ਮਤੀ, ਪਰਮੇਸ਼ਰ ਨੇ ਸਤਿਗੁਰਾਂ ਦੀ ਸਿੱਖਿਆ ਦੇ ਕੇ ਆਪ ਹੀ ਇਕਨਾਂ ਨੂੰ ਆਪ ਦੇ ਚਰਨਾਂ ਨਾਲ ਲਾਇਆ ਹੋਇਆ ਹੈ। ਇਕ ਨਾਨੋ ਨਾਉ ਬਖਸ਼ਿਓ ਨਾ, ਇੱਕ ਨਾ ਜਗਿਆਸੂਆਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣਾ ਨਾਮ ਬਖਸ਼ਿਆ ਹੈ। ਆਸ ਸਿਰ ਹਰ ਸਤੀ, ਉਹ ਸਤ ਸਰੂਪ ਪਰਮੇਸ਼ਰ ਦੇ ਵਿੱਚ ਅਸਥਿਤ ਹੋਏ ਹਨ ਜਾਂ ਨਿਸ਼ਚੇ ਦੇ ਸਹਿਤ ਹਰੀ ਦੇ ਸਰੂਪ ਵਿੱਚ ਅਸਥਿਤ ਹੋਏ, ਆਵੋ ਆਵਾਗਮਨ ਤੋਂ ਰਹਿਤ ਹੋ ਕੇ ਮੁਕਤ ਰੂਪ ਹੋ ਗਏ ਹਨ। ਪੌਣ ਪਾਣੀ ਬਸੰਤਰੋ, ਹਵਾ, ਪਾਣੀ, ਅੱਗ ਆਦਿਕ ਤੱਤ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲ ਕੇ ਹੁਕਮ ਕਰਹਿ ਭਗਤੀ, ਜੋ ਹੁਕਮ ਦੇ ਵਿੱਚ ਮਰਿਆਦਾ ਵਿੱਚ ਚੱਲ ਰਹੇ ਨੇ ਸਮਝ ਲਓ ਇਹ ਭਗਤੀ ਕਰਦੇ ਹਨ। ਜਾਂ ਇਸੇ ਪ੍ਰਕਾਰ ਪੌਣ ਪਾਣੀ ਬਸੰਤਰੋ, ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਹਵਾ ਸਾਰਿਆਂ ਦੇ ਸਵਾਸ ਬਣੀ ਹੋਈ ਹੈ, ਪਾਣੀ ਸਾਰਿਆਂ ਦੇ ਸਰੀਰ ਘੜਨ ਵਾਲਾ ਬਣਿਆ ਹੋਇਆ ਅਤੇ ਅੱਗ ਸਾਰਿਆਂ ਦੇ ਅੰਨ ਖੁਰਾਕ ਆਦਿ ਹੋਈ ਨੂੰ ਪਹੁੰਚਾਉਣ ਵਾਲੀ ਬਣੀ ਹੋਈ ਹੈ। ਇਉਂ ਇਹ ਤਤ ਹੁਕਮ ਕਰਹਿ ਭਗਤੀ, ਵਾਹਿਗੁਰੂ ਦੇ ਹੁਕਮ ਚੱਲ ਕੇ ਉਹਦੀ ਭਗਤੀ ਕਰਦੇ ਨੇ। ਜਾਂ ਜਿਵੇਂ ਤਤ ਆਗਿਆ ਚੱਲਦੇ ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਚੱਲ ਕੇ ਪ੍ਰੇਮਾ ਭਗਤੀ ਕਰਨੀ ਚਾਹੀਦੀ ਹੈ। ਇਸੇ ਪ੍ਰਕਾਰ ਪੌਣ ਪਾਣੀ ਬਸੰਤਰੋ, ਪੌਣ ਵਾਂਗ ਉਜਲ ਚਿਤ ਹੋਣਾ ਚਾਹੀਦਾ ਹੈ। ਹਵਾ ਗੰਦੀਆਂ ਮੰਦੀਆਂ ਚੰਗੀਆਂ ਸਭ ਜਗ੍ਹਾ ਤੇ ਟੱਚ ਕਰਦੀ ਹੈ ਪਰ ਉਜਲ ਹੈ। ਪਾਣੀ ਵਾਂਗ ਚਿੱਤ ਸ਼ਾਂਤ ਹੋਣਾ ਚਾਹੀਦਾ ਹੈ। ਪਾਣੀ ਵੇਖੋ ਸਭਨਾਂ ਨੂੰ ਠੰਡਾ ਠਾਰ ਕਰ ਦਿੰਦਾ, ਅੱਗ ਦੀ ਤਰ੍ਹਾਂ ਗਿਆਨ ਦੇ ਪ੍ਰਕਾਸ਼ ਸਹਿਤ ਹੋਣਾ ਚਾਹੀਦਾ ਹੈ। ਹੁਕਮ ਕਰਹਿ ਭਗਤੀ, ਅਤੇ ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਭਗਤੀ ਕਰੋ।
कई मेरे वर्गे निकम्मे आलसी की कुछ आखी सिर भी नंगा ते सब कुछ ही, कोई ककार नहीं, कोई कंघा की संज नहीं, कोई गल नहीं, कोई बात नहीं। जिहड़े नितनेम करते ने या पाठ पूजा बाणी पढ़ते आखे जी ये तो पोते वाली रट है जी, ये तो कर्म कांड है जी। आप तो कुछ करन जोगे नहीं, दूजियां दा मन ढा देना। तर्क वाली गल कह के आखे जी ये तो बामण मत है जी, बार बार माड़ा फेरनी आखे जी। कबीर ने आख्या कबीर मेरी सिमरनी, तू कबीर बन गया, गल्लां मारदा तू कबीर दियां, कबीर बन के तां विखा। ये गल मैं मनदा भी कबीर मेरी सिमरनी, पर सिमरनी बनाओ तां सही। एक बार तो वाहिगुरू नहीं आख्या जांदा ते करदे गल्लां कबीर दियां, रीस कर लांगे कबीर दी। तो पहली अवस्था तां माड़ा फड़नी पऊगी ना, तुसीं दसो। गुटका तो फड़ना ही पऊगा, छापिया काहदे वास्ते? एडा वड्डा गुरु ग्रंथ साहिब महाराज ने बनाता, किन्ना नहीं बनाया बंदा पुछे। मुसलमानों नूं आखिए, अजकल हिंदुओं ने मंदिरों च खंड पाठ करवाने शुरू करते, क्योंकि आपां तां कहता कर्म कांड है जी, बामण मत। वो आखदे भी हाँ जी ठीक है, फिर बामण मत ही सही। ना दाढ़ी ना मुछ ना सिर दे वाल, ते वो गल च परना पा के पाठ करते हैं। साडे मुंडे जी नहीं करते। आपां दा कर्म कांड कह के कहता भी ये साडे वास्ते नहीं। तो इसलिए इहो जिहियां गल्लां बिल्कुल दथमियां ने, नशरद पुणे वालियां ने। साडे गुरु साहिबान खुद आप भगती करते रहे हैं। तुसीं दसो कि गुरुआं नालों वड्डे हो भाई? भगती करनी कर्मकांड नहीं है, सेवा ते सिमरन ये साडे गुरु साहिब खुद आप करके दिखाते रहे। श्री गुरु नानक देव महाराज के चरणों में श्री पाम लहणा जी ने वेखो कितनी सेवा की है, कितनी बंदगी की है। गुरु जी ने चढ़ाई करने तो बाद खबर मिलदियां सार ही 6 महीने कुंडा मार के अंदर ही बड़े रहे, ना रोटी ना पानी, सिर्फ सतनाम वाहिगुरू 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 का जाप जपते रहे। फिर बाबा बुढ़ा साहब ने मसां कुछ लभ्या ते गुरु साहब नूं हत्थ बन के पैर पट्टे बेनती की भी संगतां दी कल्याण करो जी। गुरु साहब ने तुहानूं आप हुक्म कीता ते महाराज ने पहले वार आउंदियां सारी संगतां के दर्शन करदियां ही उपदेश उचारिया। महला दूजा, किस प्यारे सोने हो तिस आगे मर चलिया, त्रिग जीवन संसार ताके पाछे जीवन। क्यों महाराज रोंदे सीगे, क्यों विराग सीगे? क्योंकि गुरु नानक साहब ने आप दे चना तो मछोड़ता, आख्या पुरखा साथों पत्ते हो आप दे पिंड खडूर जा, गुरुद्वारे दे दर्शन नहीं होए। ਆਪਾਂ ਕਹਿੰਦੇ ਆਗੇ ਜੀ ਦਰਸ਼ਨ ਤਾਂ ਮੰਨਦੇ ਨੇ, ਗੁਰਦੁਆਰੇ ਆਉਣ ਦਾ ਕੀ ਫਾਇਦਾ, ਮਨ ਸਾਫ਼ ਹੋਣਾ ਚਾਹੀਦਾ ਜੀ। ਤੇ ਦਰਸ਼ਨ ਇਹ ਥੋੜੋ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਝੱਟ ਆਪਾਂ ਗਿਆਨੀ ਬਣ ਗਏ, ਇਹ ਗੱਲਾਂ ਕਰਨ ਲੱਗ ਪੈਂਦੇ ਆ। ਅਗੇ ਜੀ ਮਹਾਰਾਜ ਨੇ ਤਾਂ ਆਖਿਆ ਵੀ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠਾ ਮੁਕਤ ਨਾ ਹੋਵੀ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। सतगुरां दा उपदेश किसी लिए कुछ है, किसी लिए कुछ है, अवस्था के मुताबिक है। पर सानू तो गुरुद्वारे आना पऊगा ना गुरमुखो। जिहड़े आउंदे ने ये उन्हां वास्ते है भाई, तुसीं बंदगी भी करो। पहला स्टैप तो आना है। गुरुद्वारे हर कीर्तन सुनी है, सतगुरु भेट हर जसमुख सुनी है। महाराज की बुरी हालत क्यों हुई? 6 महीने किसी के मत्थे क्यों नहीं लगे? क्योंकि गुरुद्वारे के दर्शन नहीं सन हुंदे। फिर पंजवें पातशाह की अवस्था वेखो, मेरा मन लोचै गुर दर्शन ताई, बिलप करे चातर की न्याई, त्रिखा न उतरै सांस न आवे, बिन देखे गुर दरबारे जियो, हों भोली जियो कोल घुमाई ते सच्चे गुर दरबारे जियो। आपां कहने आखे जी गुरुद्वारे आउण दी लोड़ ही नहीं है। महाराज ने आख्या घर बैठे गुरु ते आयो, वाहिगुरू घर बैठे करो। एडे वड्डे गुरुद्वारे फिर बनाए महाराज ने काहतों? एडा सोहना हरमंदर साहब बनाया, वेखो कितना सोहना लगा उत्थे। कई कुछ सब संगत वास्ते ही है। जे सानू लोड़ नहीं तो मुसलमानों नूं लोड़ है कि वो मसीतां छड्डण। किनू आखिए भाई? सिखां नूं आखांगे भाई गुरुद्वारे आओ, है सारियां दी भावें सांझा। तो वेखो 1 साल के करीब गुरु अर्जन साहब विछड़े रहे थे, पर वो कितना रोंदे रहे, किन्ने विराग चों ना किन्नी बाणी वेखो प्रेम दी उचारी।
ਇਹ ਕੋਈ ਕਰਮਕਾਂਡ ਥੋੜ੍ਹਾ ਆ। ਮਹਾਰਾਜ ਨੂੰ ਮੱਥਾ ਟੇਕਣਾ, ਦਰਸ਼ਨ ਕਰਨੇ, ਗੁਰੂ ਜੀ ਦਾ ਸਤਿਕਾਰ ਕਰਨਾ ਜਾਂ ਬਾਣੀ ਪੜ੍ਹਨੀ ਸੁਣਨੀ, ਕੋਈ ਬਾਹਮਣ ਮਤ ਥੋੜ੍ਹਾ। ਇਹ ਸਿੱਖ ਮਤ ਕਿਹੜੀ ਹੋਈ ਭਾਈ ਗੁਰਮੁਖੋ? ਮਾਲਾ ਫੇਰਨੀ, ਗੁਟਕਾ ਸਾਹਿਬ ਫੜ ਕੇ ਪਾਠ ਕਰਨਾ, ਇਹੀ ਸਿੱਖ ਮਤ ਹੈ। ਫਿਰ ਵੇਖੋ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰਦੁਆਰੇ ਦੀਆਂ ਗਾਗਰਾਂ ਢੋਈਆਂ, ਤੇ ਗੁਰਦੁਆਰਾ ਕਿੱਲੀ ਸਾਹਿਬ ਨਹੀਂ ਹੈ। ਉਹਦਾ ਕੀ ਮਤਲਬ ਕੱਢੋਗੇ? ਕਿੱਲੀ ਅਜੇ ਵੀ ਕੰਧ ਦੇ ਵਿੱਚ ਜੜੀ ਹੋਈ ਹੈ। ਸਤਿਗੁਰਾਂ ਦੀ ਅਵਸਥਾ 84 ਸਾਲ ਦਾ ਬੁੱਢਾ ਬਜ਼ੁਰਗ ਬਾਬਾ, ਨਾ ਤਾਂ ਬੁੱਢਾ ਬੰਦਾ ਬੈਠ ਸਕਦਾ, ਗੋਡੇ ਦਰਦ ਹੋਣ ਲੱਗ ਪੈਂਦੇ, ਉਹ ਲੱਤਾਂ 'ਚ ਕੀੜੀਆਂ ਜੀਆਂ ਲੜਨ ਲੱਗ ਪੈਂਦੀਆਂ, ਸੌਂ ਜਾਂਦੀਆਂ ਲੱਤਾਂ। ਜੇ ਖਲੋਈਏ ਇਹ ਲੱਕ ਦਰਦ ਹੋਣ ਲੱਗ ਪੈਂਦਾ, ਖਲੋਤਾ ਨਹੀਂ ਜਾਂਦਾ, ਤੇ ਨਾ ਬਹਿ ਸਕਦੇ ਨਾ ਖਲੋ ਸਕਦੇ। ਪਰ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਬੈਠ ਜਾਂਦੇ। ਫਿਰ ਕੀ ਕਰਦੇ? ਬੈਠਿਆਂ ਉੱਠ ਖੜੋਂਦੇ, ਤੇ ਖੜੇ ਨਾ ਹੋਇਆ ਜਾਂਦਾ, ਕਿੱਲੀ ਨੂੰ ਫੜ ਲੈਂਦੇ ਆਸਰੇ ਦੇ ਨਾਲ। ਕਈਆਂ ਸਾਧੂਆਂ ਨੇ ਉਹ ਲੱਕੜ ਦਾ ਸਟੈਂਡ ਜਿਹਾ ਬਣਾਇਆ ਹੁੰਦਾ, ਜਿਹਨੂੰ ਪਤਾ ਨਹੀਂ ਚਿੱਪੀ ਕਹਿੰਦੇ ਨੇ, ਵਿਰਾਗਣ ਕਹਿੰਦੇ ਨੇ, ਵਿਰਾਗਣ। ਉਹਦੇ ਤੇ ਅਰਕਾ ਰੱਖ ਕੇ ਆਸਰੇ ਦੇ ਨਾਲ ਲੱਕ ਸਿੱਧਾ ਕਰਕੇ ਭਗਤੀ ਕਰਦੇ ਨੇ। ਇਉਂ ਵੇਖੋ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਖੁਦ ਭਗਵਾਨ ਸੀਗੇ, ਗੁਰਤਾ ਗਤੀ ਦੇ ਮਾਲਕ, ਖੁਦ ਪਰਮਾਤਮਾ ਸੀਗੇ। ਇੱਕ ਮਾਈ ਰੋਂਦੀ ਹੋਈ ਆਈ ਸੀ, ਉਹ ਕਥਾ ਅੰਮ੍ਰਿਤ ਵੇਲੇ ਦੀ ਹੈ, ਤੇ ਮਹਾਰਾਜ ਨੇ ਆਖਿਆ ਮਾਤਾ ਮੈਂ ਨਿਤਨੇਮ ਕਰ ਰਿਹਾ, ਵੀ ਨਿਤਨੇਮ ਪੂਰਾ ਹੋ ਲੈਣ ਦੇ, ਤੇ ਤੂੰ ਸਵੇਰੇ ਗੱਲ ਕਰੀ। ਉਹ ਚੁੱਪ ਤਾਂ ਕਰ ਗਈ, ਮੁੜ ਕੇ ਫੇਰ ਰੋਣ ਲੱਗ ਪਈ। ਅੰਮ੍ਰਿਤ ਵੇਲੇ ਹੀ ਮਹਾਰਾਜ ਨੇ ਤਈਏ ਤਾਪ ਨਾਲ ਸ਼ਾਂਤ ਹੋਇਆ, ਉਹਦਾ ਪੁੱਤਰ ਜਿਉਂਦਾ ਕੀਤਾ ਸੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰੂ ਅਮਰਦਾਸ ਵੇਖੋ ਸੇਵਾ ਕੀਤੀ ਤੇ ਭਗਤੀ ਕਰਦੇ ਰਹੇ। ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੇਖੋ ਕਿੰਨੀ ਵੈਰਾਗਮਈ ਆ, ਸ਼ਮ ਸ਼ਮ ਵੈਰਾਗ ਦਾ ਜਲ ਜਾਂਦਾ ਰਹਿੰਦਾ, ਕਿੰਨੇ ਪਿਆਰ ਸਤਿਕਾਰ ਨਾਲ ਬਾਣੀ ਉਚਾਰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰ ਤੁਹਾਡੇ ਸਾਹਮਣੇ ਹੈ, ਡੁੱਲ ਡੁੱਲ ਪੈਂਦਾ। ਸੋ ਕਰਤਾਰਪੁਰ ਸਾਹਿਬ ਵਿਖੇ ਖੁਦ ਪਰਮਾਤਮਾ ਜਿਹੜੇ ਤੁਰੋਂ ਗੁਰੂ ਆਏ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਹਿੰਦੇ ਪਹਿਲੋਂ ਪਾਇਆ ਬਾਬੇ ਬਖਸ਼ਦਰ। ਪਹਿਲਾਂ ਬਖਸ਼ਿਸ਼ ਦਾ ਦਰ ਵਾਹਿਗੁਰੂ ਦੇ ਦਰਸ਼ਨ ਕਰ ਲੈ, ਪਿੱਛੋਂ ਦੇ ਕਰ ਘਾਲ ਕਮਾਈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਕਰਤਾਰਪੁਰ ਸਾਹਿਬ ਪਿਛਲੀ ਉਮਰ ਮਹਾਰਾਜ ਨੇ ਰੋੜਾਂ ਦੀ ਵਿਛਾਈ ਕਰ ਲਈ, ਰੇਤ ਦਾ ਫੱਕਾ ਮਾਰਦੇ, ਭੁੱਖ ਲੱਗਦੀ ਅੱਖ ਨੂੰ ਚੱਕ ਮਾਰਦੇ। ਇਉਂ ਬੰਦਗੀ ਅਖੀਰੀ ਉਮਰ ਦੇ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਵੀ ਕਰਕੇ ਦਿਖਾਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾਉਣ ਤੋਂ 2.5 ਮਹੀਨੇ ਪਹਿਲਾਂ ਇਕਾਂਤਵਾਸ ਦੇ ਚਲੀਸਾ ਕੱਢਿਆ, ਫਿਰ ਪੰਜਾਂ ਪਿਆਰਿਆਂ ਨੇ ਚੋਣ ਕੀਤੇ। ਤੋ ਇੰਜ ਹੁਕਮ ਮੰਨ ਕੇ ਭਗਤੀ ਕਰਨੀ ਚਾਹੀਦੀ ਹੈ। ਸਾਹਿਬਾਂ ਦਾ ਹੁਕਮ ਹੈ ਭਾਈ ਭਗਤੀ ਕਰੋ। ਪੌਣ ਪਾਣੀ ਬਸੰਤਰੋ ਇਹਨਾਂ ਤੱਤਾ ਵਾਂਗ ਗੁਣ ਧਾਰਨ ਕਰੋ। ਹੁਕਮ ਕਰਹਿ ਭਗਤੀ। ਇਹ 22 ਆਰਡਰ ਪੰਜਾਂ ਬਾਣੀਆਂ ਦਾ ਨਿਤਨੇਮ ਹਰੇਕ ਸਿੰਘ ਲਈ ਜ਼ਰੂਰੀ ਹੈ। ਰਹਿ ਰਾਸ ਕੀਰਤਨ ਸੋਹਿਲਾ ਕੰਪਲਸਰੀ ਹੈ। ਸੁਖਮਨੀ ਸਾਹਿਬ ਆਸਾ ਦੀ ਵਾਰ ਜਿੰਨੀ ਬਾਣੀ ਪੜ੍ਹ ਲਓ ਥੋੜੀ ਹੈ। ਇਉਂ ਭਗਤੀ ਕਰੋ, ਨਿਤਨੇਮ ਕਰੋ। ਇਹਨਾਂ ਨੂੰ ਪਾਉ ਅਗਲਾ। ਇਹਨਾਂ ਪਾਉਣ ਆਦਿਕ ਤੱਤਾਂ ਨੂੰ ਪਰਮੇਸ਼ਰ ਦਾ ਬਹੁਤ ਜ਼ਿਆਦਾ ਡਰ ਹੈ। ਪੂਰੀ ਬਣਤ ਬਣਤੀ। ਇੱਕ ਬੰਦਾ ਹੀ ਹੈ ਜਿਹੜਾ ਡਰ ਤੋਂ ਬਗੈਰ ਹੈ। ਪਰਮੇਸ਼ਰ ਨੇ ਸੰਸਾਰ ਦੀ ਪੂਰੀ ਬਣਾਵਟ ਹੀ ਆਪ ਦੀ ਸ਼ਕਤੀ ਨਾਲ ਆਪ ਦੇ ਡਰ ਵਿੱਚ ਬਣਾਈ ਹੋਈ ਹੈ। ਜਾਂ ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ, ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਦੀ ਪੂਰੀ ਬਣਤ ਬਣਾਈ ਹੋਈ ਹੈ। ਜਾਂ ਰਾਜਸੀ ਤਾਮਸੀ ਸਾਤਵੀ ਸੁਭਾ, ਸਤ ਸੰਤੋਖ ਦਇਆ ਦੇ ਗੁਣ, ਆਸੁਰੀ ਸੰਪਦਾ ਦੇਵੀ ਸੰਪਦਾ, ਤੱਤਾਂ ਦੇ ਸੁਭਾਅ ਆਦਿਕ ਦੀ ਪੂਰੀ ਬਣਤ ਬਣਾਈ ਹੋਈ ਹੈ। ਸਭ ਇੱਕੋ ਹੁਕਮ ਵਰਤਦਾ। ਸਾਰਿਆਂ ਦੇ ਸਿਰ ਉੱਪਰ ਇੱਕ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਮੰਨਿਆ ਸੁਖ ਪਾਈ। ਉਸ ਦੇ ਹੁਕਮ ਨੂੰ ਮੰਨਣੇ ਕਰਕੇ ਹੀ ਆਤਮਿਕ ਸੁਖ, ਆਤਮਿਕ ਆਨੰਦ ਤਾਂ ਹੀ ਪਾਉਣਾ ਕਰੀਦਾ ਹੈ। ਜਾਂ ਮਹਾਰਾਜ ਫਰਮਾਉਂਦੇ ਨੇ ਮੰਨਿਆ ਸੁਖ ਪਾਈ। ਜਿਹੜੇ
परमेश्वर का सिमरन भजन करन वाला हुक्म मन्निया करनगे, वही सुख स्वरूप नूं पाउणगे। जो हमरी पुन रहत सु राखै, गुरबाणी रस ने तुठ चाखै। मैं तांके सद रहूं सहायक, दुख बिघन सगले तिन खाए। ये गुरु गोबिंद सिंह जी बचन ने। वाहो वाहो सच्चे पातशाह। हरेक पौड़ी तो बाद गुरु हरगोबिंद साहब का हुक्म है कि पंक्ति लाजमी पढ़नी है। ये सच्चे पातशाह तू आश्चर्य अते विस्माद रूप है, तू सच्ची नाई और तू सच्ची महिमा वाला है। इथे साध संगत जीओ 3 पौड़ियां संपूर्ण हुई ने। विचार करदियां 10 पासों बेअंत प्रकार दी भुलां चुकां हो गई ने। कृपा करके माफ करना जी, अगे तो समर्थ बख्शनी। सब एको हुकम वरतदा, मन्निया सुख पाई। वाहो वाहो सच्चे पातशाह, तू सच्ची नाई। वाहिगुरू जी का खालसा, वाहिगुरू